ਜਸਟ ਵੀ ਦੇਖ ਰਹੇ ਹੋ ਤੁਸੀਂ। ਮੈਂ KP ਸਿੰਘ ਤੁਹਾਡਾ ਸਭ ਦਾ ਸਵਾਗਤ ਕਰਦਾ। ਵਿਸਾਖੀ ਇਸ ਵਾਰ ਪੰਜਾਬ ਦੀ ਇੱਕ ਵੱਖਰੀ ਕਿਸਮ ਦੀ ਹੋਵੇਗੀ। ਵੱਖਰੀ ਕਿਸਮ ਦੀ ਕਿਵੇਂ ਹੋਵੇਗੀ, ਇਹ ਸਵਾਲ ਆਪਣੇ ਆਪ ਵਿੱਚ ਉਨਾ ਹੀ ਵੱਡਾ ਕਿਉਂਕਿ ਇਹਨਾਂ ਦਿਨਾਂ ਵਿੱਚ ਇੰਨਾ ਮੀਂਹ ਨਹੀਂ ਪੈਂਦਾ ਜਿੰਨਾ ਮੀਂਹ ਪੈ ਰਿਹਾ ਤੇ ਕਿਸਾਨਾਂ ਦੀ ਫਸਲ ਹੈ ਜਿਹੜੀ ਉਹ ਵਿਛੀ ਪਈ ਹੈ। ਉਹਨਾਂ ਨੂੰ ਮੁਆਵਜ਼ੇ ਦਾ ਇੰਤਜ਼ਾਰ ਹੈ। ਸਰਕਾਰ ਕਹਿੰਦੀ ਹੈ ਕਿ ਅਸੀਂ ਮੋਹਰ ਲਗਾ ਦਿੱਤੀ ਹੈ, ਮੁਆਵਜ਼ਾ ਵੀ ਪਹੁੰਚ ਜਾਵੇਗਾ। ਗਿਰਦਾਵਰੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹੈ। ਇਸ ਵਿਚਾਲੇ ਜਥੇਦਾਰ ਸਾਹਿਬ ਕੌਮ ਦੇ ਨਾਂ ਕੀ ਸੰਦੇਸ਼ ਜਾਰੀ ਕਰਨਗੇ, ਇਸ 'ਤੇ ਵੀ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ। ਇਹਦੇ ਨਾਲ ਅੰਮ੍ਰਿਤਪਾਲ ਨੇ ਜਿਹੜਾ ਸਰਬੱਤ ਖਾਲਸਾ ਵਾਲਾ ਮੁੱਦਾ ਛੇੜਿਆ ਹੈ, ਉਹ ਵੀ ਵਿਸਾਖੀ ਵਾਲੇ ਦਿਨ ਉਹਨਾਂ ਨੇ ਮੰਗ ਕੀਤੀ ਹੈ। ਇਹ ਸਾਰੇ ਸਵਾਲ 'ਤੇ ਫੋਕਸ ਹੋਣਾ ਲਾਜ਼ਮੀ ਹੈ, ਪਰ ਸਭ ਤੋਂ ਵੱਡਾ ਫੋਕਸ ਇਹੀ ਹੈ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਹੈ, ਪੰਜਾਬ ਦੇ ਲੋਕਾਂ ਦੀ ਇਹ ਸਿਆਸਤ ਕਿੰਨਾ ਸੁਣਦੀ ਪਈ ਹੈ ਜਾਂ ਪੰਜਾਬ ਦੀ ਕਿਸਾਨੀ ਦੀ ਕਿੰਨਾ ਸੁਣਦੀ ਪਈ ਹੈ। ਉਹ ਸਾਰੇ ਸਵਾਲ ਹੋਣੇ ਲਾਜ਼ਮੀ ਹੈ। ਵਿਸਾਖੀ ਲਈ ਪੰਜਾਬ ਕਿੰਨਾ ਤਿਆਰ? ਤਿੰਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਤਿੰਨ ਤਸਵੀਰਾਂ ਤੁਹਾਨੂੰ ਸਮਝ ਆ ਜਾਊਗਾ ਕਿ ਡਿਬੇਟ ਦਾ ਰੁਖ ਕੀ ਹੈ। ਵਿਸਾਖੀ ਤੇ ਪੰਜਾਬ ਲਈ ਕਿਹੜਾ ਪਲਾਨ ਤਿਆਰ ਹੋ ਰਿਹਾ। ਸਰਬੱਤ ਖਾਲਸਾ ਤੇ ਸਸਪੈਂਸ ਹੈ। ਅੰਮ੍ਰਿਤਪਾਲ ਨੇ ਮੰਗ ਕੀਤੀ ਹੈ, ਜਥੇਦਾਰ ਸਾਹਿਬ ਦੱਸਣਗੇ ਕਿ ਸਰਬੱਤ ਖਾਲਸਾ ਸੱਦਣਾ ਕਿ ਨਹੀਂ ਸੱਦਣਾ, ਉਹਦਾ ਏਜੰਡਾ ਕੀ ਹੋਊਗਾ। ਇਹ ਸਾਰੇ ਸਵਾਲ ਹੈ ਕਿ ਤੇ ਮੀਂਹ ਦੀ ਵਜ੍ਹਾ ਕਰਕੇ, ਗੜੇਮਾਰੀ ਕਰਕੇ ਕਿਸਾਨ ਪਰੇਸ਼ਾਨ ਹੈ। ਸਰਕਾਰ ਕਹਿੰਦੀ ਹੈ ਮੁਆਵਜ਼ਾ ਅਸੀਂ ਦੇ ਰਹੇ ਹਾਂ, ਗਿਰਦਾਵਰੀ ਦੇ ਹੁਕਮ ਜਾਰੀ ਕਰ ਦਿੱਤੇ ਕਿ ਹੈ ਕਿਸਾਨ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਪਰ ਕਿਸਾਨ ਇਸ ਵਕਤ ਅਰਦਾਸਾਂ ਕਰਦਾ ਪਿਆ ਕਿ ਸਾਡੀ ਵਿਸਾਖੀ ਇਸ ਵਾਰ ਕਿਹੋ ਜਿਹੀ ਹੋਵੇਗੀ ਸਾਨੂੰ ਨਹੀਂ ਪਤਾ। ਤੇ ਕਈ ਕਿਸਾਨ ਤਾਂ ਇੱਥੋਂ ਤੱਕ ਕਹਿੰਦੇ ਆ, ਮੈਨੂੰ ਇਹ ਅਫਸੋਸ ਨਾਲ ਕਹਿਣਾ ਪੈ ਰਿਹਾ, ਉਹ ਕਹਿ ਰਹੇ ਸਾਡਾ ਖੇਤ ਜਾਣ ਨੂੰ ਮਨ ਨਹੀਂ ਕਰਦਾ ਪਿਆ ਜਿੱਥੇ ਫਸਲਾਂ ਵਿਛੀਆਂ ਪਈਆਂ। ਤੇ ਸਭ ਤੋਂ ਵੱਡੀ ਤਸਵੀਰ ਹੈ, ਵਿਚਾਲੜੀ ਤਸਵੀਰ ਹੈ, ਜਿੱਥੇ ਸਿਆਸਤ ਆਪਦੇ ਏਜੰਡੇ ਸੈੱਟ ਕਰਦੀ ਪਈ ਹੈ। ਉਹ ਉਹਨਾਂ ਦਾ ਫੋਕਸ ਧਰਮ ਦੇ ਨਾਂ 'ਤੇ ਪੋਲੀਟਿਕਸ ਹੈ, ਕੌਮ ਦੇ ਨਾਂ 'ਤੇ ਪੋਲੀਟਿਕਸ ਹੈ, ਕਿਸਾਨੀ ਦੇ ਨਾਂ 'ਤੇ ਪੋਲੀਟਿਕਸ ਹੈ। ਕਿਹੜੀ ਸਿਆਸਤ ਉਹ ਕਰਨਾ ਚਾਹੁੰਦੀ ਹੈ, ਇਹ ਸਵਾਲ ਸਿਆਸਤ ਨੂੰ ਹੋਣੇ ਲਾਜ਼ਮੀ ਹੈ। ਬਿਆਨ ਕੀ ਹੈ ਵਿਸਾਖੀ ਦੇ ਮੌਕੇ ਵਾਸਤੇ, ਵਿਸਾਖੀ ਵਾਸਤੇ, ਉਹ ਪਹਿਲਾਂ ਸੁਣ ਲਈਏ। ਸੋ ਮੈਨੂੰ ਇਹ ਲੱਗਦਾ ਹੈ ਕਿ ਜਥੇਦਾਰ ਸਾਹਿਬ ਨੂੰ ਹੁਣ ਇਸ ਮਸਲੇ ਦੇ ਉੱਤੇ ਬਹੁਤ ਸਖਤ ਸਟੈਂਡ ਲੈਣਾ ਚਾਹੀਦਾ ਹੈ। ਜਥੇਦਾਰ ਸਾਹਿਬ ਨੂੰ ਚਾਹੀਦਾ ਹੈ ਕਿ ਵਿਸਾਖੀ ਦੇ ਦਮਦਮਾ ਸਾਹਿਬ ਦੇ ਵਿਸਾਖੀ ਦੇ ਮੇਲੇ ਦੇ ਉੱਤੇ ਸਰਬੱਤ ਖਾਲਸਾ ਸੱਦਿਆ ਜਾਵੇ। ਮੈਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਹਾਂ, ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿੱਥੇ ਜਿੱਥੇ ਵੀ ਸਿੰਘ ਸੰਗਤਾਂ ਬੈਠੀਆਂ ਨੇ, ਉਹ ਵੱਧ ਚੜ੍ਹ ਕੇ ਸਰਬੱਤ ਖਾਲਸਾ ਜਿਹੜਾ ਵਿਸਾਖੀ 'ਤੇ ਹੋਵੇ ਉਹਦੇ 'ਚ ਹਿੱਸਾ ਪਾਉਣ ਤੇ ਉੱਥੇ ਸਾਡੇ ਕੌਮ ਦੇ ਮਸਲਿਆਂ ਦੀ ਗੱਲਬਾਤ ਹੋਵੇ। ਜਿਹੜੀ ਵਿਸਾਖੀ ਆ ਰਹੀ ਹੈ, ਵਿਸਾਖੀ ਸਭ ਲਈ ਖੁਸ਼ੀਆਂ ਭਰੀਆਂ ਹੋਊਗਾ। ਚਾਹੇ ਕਿਸੇ ਦਾ ਨੁਕਸਾਨ ਹੋ ਗਿਆ ਚਾਹੇ ਨਹੀਂ ਹੋਇਆ, ਜਿਨ੍ਹਾਂ ਦਾ ਨੁਕਸਾਨ ਹੋਇਆ ਸਰਕਾਰ ਉਹਨਾਂ ਦੀ ਪੂਰੀ ਮਦਦ ਕਰਕੇ ਉਹਨਾਂ ਨੂੰ ਵੀ ਵਿਸਾਖੀ ਦੇ ਸ਼ੁਭ ਦਿਹਾੜੇ ਦੇ ਵਧੀਆ ਢੰਗ ਨਾਲ ਮਨਾਉਣ ਦਾ ਜਿਹੜਾ ਉਹਨਾਂ ਦੀ ਹੈਲਪ ਕਰੂਗੀ। 15,000 ਪਰ ਏਕੜ ਜਿਹੜਾ ਅਸੀਂ ਮੁਆਵਜ਼ਾ ਜਿਹੜਾ ਉਹ ਦੇਵਾਂਗੇ। ਜਿਹੜਾ 100% ਨੁਕਸਾਨ ਹੋਇਆ ਹੋਊਗਾ ਔਰ ਜਿਹੜਾ 33 ਤੋਂ 75 ਤੱਕ ਹੋਇਆ ਹੋਊਗਾ ਉਹਨੂੰ 6800 ਰੁਪਈਆ ਮੁਆਵਜ਼ਾ ਜਿਹੜਾ ਦੇਵਾਂਗੇ। ਔਰ ਗਿਰਦਾਵਰੀ ਜਿਹੜੀ ਅਸੀਂ ਕਰਾ ਰਹੇ, ਪਹਿਲਾਂ ਆਲਰੇਡੀ CM ਸਾਹਿਬ ਨੇ ਅਨਾਉਂਸ ਕੀਤਾ ਕਿ ਅਸੀਂ ਗਿਰਦਾਵਰੀ ਸਾਂਝੀ ਜਗ੍ਹਾ ਤੇ ਪਿੰਡ ਦੇ ਵਿੱਚ, ਪਿੰਡ ਦੇ ਕੇ ਚੌਂਕ, ਪਿੰਡ ਦੇ ਕੇ ਗੁਰੂ ਘਰ ਵਿੱਚ ਪਟਵਾਰੀ ਉੱਥੇ ਬੈਠ ਕੇ ਲੋਕਾਂ ਦੇ ਸਾਹਮਣੇ ਗਿਰਦਾਵਰੀ ਕਰੂ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਭਖਦੇ ਪੰਥਕ ਮੁੱਦਿਆਂ ਤੋਂ ਪਰੇਸ਼ਾਨ ਕਿਸਾਨੀ ਤੱਕ ਕਿਹੋ ਜਿਹੀ ਹੋਵੇਗੀ ਪੰਜਾਬ ਦੀ ਵਿਸਾਖੀ। ਇਸੇ ਸਵਾਲ ਤੇ ਬਹਿਸ ਹੋਗੀ। ਜਿਹੜਾ ਪੈਨਲ ਸਾਡੇ ਨਾਲ ਉਹ ਤਰਫ ਹੋਣਾ ਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਹੋ ਜਾਵੇਗੀ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਅਹਿਬਾਬ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ। ਗਰੇਵਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ। ਖੜਿਆਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਪਰਮਬੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ। ਪਰਮਬੀਰ ਤੁਹਾਡਾ ਬਹੁਤ ਸਵਾਗਤ ਹੈ। ਅਮਨਜੋਤ ਕੌਰ ਰਾਮੂਵਾਲੀਆ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ। ਅਮਨਜੋਤ ਕੌਰ ਰਾਮੂਵਾਲੀਆ ਤੁਹਾਡਾ ਬਹੁਤ ਸਵਾਗਤ ਹੈ। ਅਹਿਬਾਬ ਸਿੰਘ ਗਰੇਵਾਲ, ਤੁਹਾਡੇ ਲਈ ਕਿਹੜਾ ਏਜੰਡਾ ਵੱਡਾ ਹੈ? ਸਰਬੱਤ ਖਾਲਸਾ ਤੇ ਡਿਬੇਟ ਚਾਹੁੰਦੇ ਹੋ ਤੁਸੀਂ ਜਾਂ ਕਿਸਾਨੀ ਮੁੱਦਿਆਂ ਡਿਬੇਟ ਚਾਹੁੰਦੇ ਹੋ? KP ਜੀ, ਪੰਜਾਬ ਤੇ ਡਿਬੇਟ ਚਾਹੁੰਦੇ ਆ। ਸਭ ਤੋਂ ਪਹਿਲਾਂ ਬੜਾ ਦੁੱਖ ਹੁੰਦਾ ਜਦੋਂ ਬਾਹਰ ਜਾਂਦੇ ਆ। ਮੈਂ ਚੰਡੀਗੜ੍ਹ ਪਹਿਲਾਂ ਸਟੇਟ ਦੇ ਬਾਹਰ, ਖੇਤਾਂ ਦੇ ਖੇਤ ਵਿਛੇ ਪਏ ਨੇ ਤੇ ਕਿਸਾਨ ਵੀਰਾਂ ਦੀ ਕਾਹਦੀ ਵਿਸਾਖੀ। ਬਟ ਮੈਂ ਸ਼ੁਕਰਗੁਜ਼ਾਰ ਹਾਂ। ਮੈਂ ਉਮੀਦ ਕਰਦਾ ਕਿ ਸਰਕਾਰ ਹਰ ਉਹ ਉਪਰਾਲਾ ਕਰੇਗੀ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਦਾ ਹੱਲ ਕੀਤਾ ਜਾਵੇ। ਤੇ ਇਹਦਾ ਹੁਣ ਹੱਲ ਵੱਡਾ ਐ ਕਰਨਾ ਪੈਣਾ ਕਿ ਮੌਸਮ ਤਾਂ ਹਰ ਸਾਲ ਬਦਲ ਰਿਹਾ, ਵੈਰਾਈਟੀਆਂ ਹੋਰ ਲਿਆਉਣੀਆਂ ਪੈਣੀਆਂ, ਕੰਮ ਕਰਨ ਵਾਲਾ
ਕਿਸਾਨਾਂ ਦੀ ਜੂਨੀ ਸੁਧਾਰਨੀ ਪੈਣੀ ਹੈ। ਅਸਲੀ ਵਿਸਾਖੀ ਤਾਂ ਉਹ ਹੈ। ਦੂਜੀ, ਇਹ ਵਿਸਾਖੀ ਆਪਣਾ ਪੰਥ ਸਾਜਿਆ ਸੀ ਗੁਰੂ ਸਾਹਿਬ ਨੇ। ਐਤਕੀ ਵਿਸਾਖੀ ਸੋਹਣੀ ਤਾਂ ਚੜੇਗੀ ਕਿ ਪੁਰਾਣੇ ਇਤਿਹਾਸਕ ਜਿਹੜੇ ਚੀਜ਼ਾਂ ਹੋਈਆਂ ਸੀ ਉਹ ਰਿਪੀਟ ਨਹੀਂ ਹੋਣ ਦਿੱਤੀਆਂ, ਕੋਈ ਭੀੜ ਨਹੀਂ ਪੈਣ ਦਿੱਤੀ ਪੰਜਾਬ ਤੇ ਸੁੱਖੀ ਸਾਂਦੀ ਇੱਕ ਮੁੱਦਾ ਸੌਟ ਆਊਟ ਹੋ ਗਿਆ, ਇੱਕ ਸ਼ਾਂਤ ਸੌਟ ਆਊਟ ਹੋ ਗਈ। ਤੀਜੀ ਗੱਲ ਜਿਹੜੀ ਹੈਗੀ ਹੈ, ਜਥੇਦਾਰ ਸਾਹਿਬ ਬੜੇ ਸਤਿਕਾਰਯੋਗ ਹਨ, ਮੈਨੂੰ ਬੜੀ ਮਾਣ ਹੈ ਕਿ ਬੜੇ ਵਿਦਵਾਨ ਨੇ। ਉਹਨਾਂ ਨੂੰ ਹੁਣ ਕਲੀਅਰ ਜਾਣਕਾਰੀ ਹੋ ਗਈ ਹੈ ਕਿ ਕੋਈ ਕਿਸੇ ਨੂੰ ਨਜਾਇਜ਼ ਏਦਾਂ ਨਹੀਂ ਫੜਿਆ ਗਿਆ। ਜਿਹੜੇ 40 ਬੰਦਿਆਂ ਦੇ ਕੇਸ ਪਿਆ, 8 ਤੇ NSA ਲੱਗਿਆ, ਐਡੀ ਵੱਡਾ ਸ਼ੜਯੰਤਰ ਰਚਿਆ, 32 ਬੰਦਿਆਂ ਤੇ ਹੋਰ ਕੇਸ ਲੱਗਿਆ, ਬਾਕੀ ਜਿਹੜਾ ਵੀ ਸੀ ਉਹਨੂੰ ਸਮਝਾ ਬੁਝਾ ਕੇ ਭੇਜ ਦਿੱਤਾ ਗਿਆ। ਸੋ ਇੱਕ ਵੱਡੀ ਸਾਜ਼ਿਸ਼ ਨਾਕਾਮਯਾਬ ਕੀਤੀ ਗਈ ਹੈ। ਐਂਡ ਜਥੇਦਾਰ ਸਾਹਿਬ ਐਤਕੀ ਜੇ ਇਤਿਹਾਸ ਰਚ ਦੇਣ ਕਿ ਇੱਕ ਪਰਿਵਾਰ ਦੇ ਚੰਗਲ ਤੋਂ ਜੇ ਅੱਜ ਐਤਕੀ ਪੰਥ ਨੂੰ ਛੁਡਾ ਕੇ ਇੰਡੀਪੈਂਡੈਂਟ ਸਟੈਂਡ ਲੈ ਲੈਣ ਤੇ ਪੰਥ ਤੇ ਕੌਮ ਉਹਨਾਂ ਦੀ ਸ਼ੁਕਰਗੁਜ਼ਾਰ ਰਹੇਗੀ ਤੇ ਉਹਨਾਂ ਦਾ ਇਤਿਹਾਸਕ ਤੌਰ ਤੇ ਉਹਨਾਂ ਨੂੰ ਯਾਦ ਰੱਖਿਆ ਜਾਏਗਾ। ਉਹ ਵਿਦਵਾਨ ਨੇ, ਉਹੀ ਕਰ ਸਕਦੇ ਨੇ ਜਵਾਨ ਨੇ। ਮੋਰ ਇੰਪੋਰਟੈਂਟਲੀ ਲਾਸਟ ਪੁਆਇੰਟ ਕੀਤੀ ਜੀ, ਜਿਸ ਤਰ੍ਹਾਂ ਅੰਮ੍ਰਿਤਪਾਲ ਜਿਸ ਤਰ੍ਹਾਂ ਇਹ ਭੱਜ ਕੇ ਦੀ ਅਸਲੀਅਤ ਸਭ ਨੇ ਦੇਖ ਲਈ, ਜਿਸ ਤਰ੍ਹਾਂ ਇਹ ਗੱਲਾਂ ਕਰਦਾ ਕਿ ਮੈਂ ਉਹ ਲੜਕੀ ਨੂੰ ਫੜ ਲਿਆ, ਤੂੰ ਜਾਣ ਬੁੱਝ ਕੇ ਇੱਕ ਲੜਕੀ ਦੇ ਘਰੇ ਰੁਕਿਆ, ਜਾਣਦੇ ਕਿ ਤੂੰ ਫਿਊਜੀਟਿਵ ਹੈ, ਇਹ ਤਾਂ ਖਾਲਸਾ ਕਦੇ ਨਹੀਂ ਕਰਦਾ ਸੀ। ਐਂਡ ਜਿਸ ਤਰ੍ਹਾਂ ਹੁਣ ਉਹ ਇਸਤੇਮਾਲ ਕਰਨ ਚਾਹੁੰਦਾ ਆਪਣੇ ਮਫਾਦਾਂ ਲਈ, ਆਈ ਐਮ ਪ੍ਰੀਟੀ ਸ਼ੋਰ ਕਿ ਇਹ ਔਨਗੋਇੰਗ ਆਪਰੇਸ਼ਨ ਹੈ। ਜਥੇਦਾਰ ਸਾਹਿਬ ਇਹੋ ਜਿਹੇ ਬਹਿਰੂਪੀਏ ਨੂੰ ਬਿਲਕੁਲ ਵੀ ਕੋਈ ਇੰਪੋਰਟੈਂਸ ਨਹੀਂ ਲੈਣ ਦੇਣਗੇ। ਬਾਕੀ ਜਿਹੜੇ ਉਹਨਾਂ ਦੇ ਕੰਸਰਨਸ ਨੇ ਬੱਚਿਆਂ ਪ੍ਰਤੀ, ਉਹ ਸਰਕਾਰ ਐਡਰੈਸ ਕਰ ਚੁੱਕੀ ਹੈ। ਜੇ ਕੋਈ ਹੋਰ ਕੰਸਰਨ ਹੋਊਗਾ ਬਿਲਕੁਲ ਐਡਰੈਸ ਕੀਤਾ ਜਾਊਗਾ ਤੇ ਵਿਸਾਖੀ ਵਧੀਆ ਚੜਾ ਕੇ ਦਿਖਾਵਾਂਗੇ। ਰੱਬ ਵੱਲੋਂ ਨੁਕਸਾਨ ਹੋਇਆ ਪਰ ਸਰਕਾਰ ਮਦਦ ਕਰੇਗੀ। ਚਲੋ, ਪਰਮਵੀਰ ਸਿੰਘ ਤੁਹਾਡਾ ਦੋ ਮੁੱਦਿਆਂ ਤੇ ਬਹੁਤ ਜ਼ਿਆਦਾ ਫੋਕਸ ਰਹਿੰਦਾ ਹੈ, ਪੰਥਕ ਏਜੰਡੇ ਤੇ ਕਿਸਾਨੀ ਮੁੱਦੇ ਤੇ ਤੁਸੀਂ ਕਹਿੰਦੇ ਸਾਡਾ ਬਹੁਤ ਫੋਕਸ ਰਹਿੰਦਾ। ਪਰਮਵੀਰ, ਤੁਹਾਡਾ ਏਜੰਡਾ ਕੀ ਹੈ ਵਿਸਾਖੀ ਤੇ? ਕਿਹੜਾ ਏਜੰਡਾ ਤੁਸੀਂ ਰੱਖਣਾ ਚਾਹੁੰਦੇ ਹੋ ਪੰਜਾਬ ਦੀ ਪਬਲਿਕ ਦੇ ਸਾਹਮਣੇ? ਦੇਖੋ ਜੀ, ਵਿਸਾਖੀ ਤੇ ਪੰਜਾਬ ਦੀ ਗੱਲ ਹੋਣੀ ਚਾਹੀਦੀ ਹੈ ਔਰ ਪੰਜਾਬ ਦੀ ਸ਼ਾਂਤੀ ਦੀ ਗੱਲ ਹੋਣੀ ਚਾਹੀਦੀ ਹੈ ਔਰ ਨਾਲ ਹੀ ਨਾਲ ਜੇ ਕਿਸਾਨ ਖੁਸ਼ਹਾਲ ਰਹਿਣਗੇ ਤਾਂ ਹੀ ਅਸੀਂ ਖੁਸ਼ਹਾਲ ਪੰਜਾਬ ਦੀ ਵੀ ਗੱਲ ਕਰ ਸਕਾਂਗੇ। ਦੇਖੋ, ਬੜਾ ਅੱਜ ਦੁੱਖ ਹੋ ਰਿਹਾ ਵੀ ਪੈਰ ਤੇ ਸਰਕਾਰ ਮੁੱਕਰ ਰਹੀ ਹੈ। ਇਹ ਉਹੀ ਸਰਕਾਰ ਸੀ ਜਿਹੜੀ ਕਿਸਾਨਾਂ ਨੂੰ ਕਹਿੰਦੀ ਸੀ ਵੀ ਉਹ ਪਾਰਟੀਆਂ ਤੋਂ ਬਚੋ, ਜਦੋਂ ਤੁਹਾਡੀ ਫਸਲ ਖਰਾਬ ਹੁੰਦੀ ਹੈ ਤੇ ਸਪੈਸ਼ਲ ਗਰਦਾਵਰੀਆਂ ਦੇ ਆਰਡਰ ਦਿੱਤੇ ਜਾਂਦੇ ਨੇ। ਸਾਡੀ ਸਰਕਾਰ ਆਏਗੀ 50,000 ਰੁਪਇਆ ਹੈਕਟੇਅਰ, ਕੋਈ ਗੋਦਾਵਰੀਆਂ ਨਹੀਂ ਹੋਏਗੀ, ਕੋਈ ਕੁਛ ਨਹੀਂ ਹੋਏਗੀ, 2 ਦਿਨਾਂ ਦੇ ਵਿੱਚ ਪੇਮੈਂਟ ਹੋਏਗੀ। ਮੈਂ ਪੁੱਛਣਾ ਚਾਹਨਾ, 2 ਸਪੈਸ਼ਲ ਗੋਦਾਵਰੀਆਂ ਜਿਹੜੀਆਂ ਪਹਿਲਾਂ ਹੋਈਆਂ ਕਣਕ ਦੀਆਂ, ਨਰਮੇ ਦੀਆਂ, ਉਹ ਤਾਂ ਪੈਸੇ ਅੱਜ ਤੱਕ ਕਿਸਾਨ ਉਡੀਕਦੇ ਪਏ ਨੇ ਔਰ ਤੁਸੀਂ ਅੱਜ ਕਿਸਾਨਾਂ ਨੂੰ ਕਹਿ ਰਹੇ ਹੋ ਵੀ 15,000 ਰੁਪਇਆ ਜਿਹਦੀ ਪੂਰੀ ਫਸਲ ਖਰਾਬ ਹੋਈ ਹੈ ਔਰ 6800 ਰੁਪਇਆ 33 ਤੋਂ 75%, ਜਿਨ੍ਹਾਂ ਨੇ 50,000 60,000 ਰੁਪਇਆ ਠੇਕੇ ਤੇ ਲਿੱਤੀ ਹੈ। ਅੱਜ ਪ੍ਰਾਈਸ ਕਿੰਨਾ ਵੱਧ ਗਿਆ ਹੈ, ਚਾਹੇ ਫਰਟੀਲਾਈਜ਼ਰਸ ਲੈ ਲਓ, ਸੀਡਸ ਲੈ ਲਓ। ਤੁਸੀਂ ਕਿਸਾਨਾਂ ਦੇ ਨਾਲ ਇੱਕ ਉਹਜਾ ਮਜ਼ਾਕ ਅੱਜ ਕੀਤਾ ਜਾ ਰਿਹਾ ਔਰ ਕਿਸਾਨ ਵੀ ਆਪਣਾ ਜਿਹੜਾ ਹੈਗੇ ਆ ਉਹ ਟੀਵੀ ਚੈਨਲਾਂ ਤੇ ਆ ਕੇ ਦੱਸ ਰਹੇ ਆ ਵੀ ਕਿਵੇਂ ਅਸੀਂ ਠੱਗੇ ਹੋਏ ਮਹਿਸੂਸ ਕਰ ਰਹੇ ਹਾਂ। ਔਰ ਮੈਂ ਇਹਨਾਂ ਕੋਲੋਂ ਪੁੱਛਣਾ ਚਾਹੁੰਦਾ ਵੀ ਅੱਜ ਕਿੱਥੇ ਗਏ ਤੁਹਾਡੇ ਉਹ ਦਾਅਵੇ ਕੀਤੇ ਹੋਏ ਵੀ 50,000 ਰੁਪਇਆ ਹੈਕਟੇਅਰ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਦਿੱਤੇ ਜਾਣਗੇ ਔਰ ਕਣਕ ਜਿਹੜੇ ਹੈਗੇ ਆ ਔਰ ਨਰਮੇ ਦੇ ਹੋ ਗਏ 6 ਮਹੀਨੇ 8 ਮਹੀਨੇ ਪਹਿਲਾਂ ਗੋਦਾਵਰੀਆਂ ਹੋ ਚੁੱਕੀਆਂ, ਉਹਨਾਂ ਦੀ ਪੇਮੈਂਟ ਤਾਂ ਹਾਲ ਤੱਕ ਆਈ ਨਹੀਂ। ਤੁਸੀਂ ਕਿਸਾਨਾਂ ਦੇ ਨਾਲ ਇਹ ਉਹਦੇ ਮਜ਼ਾਕ ਕਰਨੇ ਬੰਦ ਕਰੋ। ਚਲੋ, ਪ੍ਰਸਮਜੀਤ ਸਿੰਘ, ਵਿਸਾਖੀ ਤੇ ਸਰ ਪੰਜਾਬ ਲਈ ਸਾਰੀਆਂ ਤਰ੍ਹਾਂ ਦਾ ਵਿਜ਼ਨ ਤੁਹਾਨੂੰ ਕਿਹੜਾ ਨਜ਼ਰ ਆ ਰਿਹਾ? ਦੇਖੋ, ਪੋਲੀਟੀਕਲ ਬੰਦੇ ਤੇ ਪੋਲੀਟੀਕਲ ਲਾਹਾ ਲੈਣਾ ਉਹ ਤੇ ਉਹਨਾਂ ਦਾ ਹੈਗਾ ਹੀ ਆ, ਪਰ ਸਰਕਾਰਾਂ ਦੀ ਥੋੜੀ ਜਿਹੀ ਜ਼ਿੰਮੇਵਾਰੀ ਦੂਜੀਆਂ ਪਾਰਟੀਆਂ ਨਾਲੋਂ ਜ਼ਿਆਦਾ ਹੁੰਦੀ ਹੈ ਕਿਉਂਕਿ ਲੋਕ ਲਾਅ ਐਂਡ ਆਰਡਰ ਵੀ ਦੇਖਣਾ, ਲੋਕਾਂ ਨੂੰ ਖੁਸ਼ ਵੀ ਰੱਖਣਾ, ਰਾਜ ਵੀ ਚਲਾਉਣਾ। ਤੇ ਜੇ ਲੋਕ ਖੁਸ਼ ਨਹੀਂ ਹੋਣਗੇ, ਬਗਾਵਤ ਕਰ ਦੇਣਗੇ ਤਾਂ ਫਿਰ ਰਾਜ ਚਲਾਉਣਾ ਮੁਸ਼ਕਲ ਹੋ ਜਾਂਦਾ। ਇਸ ਲਈ ਜਿਹੜਾ ਅੱਜ ਕੈਬਨਿਟ ਨੇ ਫੈਸਲਾ ਲਿਆ ਕਿ ਅਸੀਂ ਜਿਨ੍ਹਾਂ ਦੇ ਘਰ ਢੱਠੇ ਆ ਉਹਨਾਂ ਨੂੰ ਵੀ ਪੈਸੇ ਦੇਵਾਂਗੇ 58,000 ਰੁਪਈਆ, ਜਿਨ੍ਹਾਂ ਦੀ ਕੋਈ ਕੰਧ ਕੁੰਧ ਮਾੜੀ ਮੋਟੀ ਡਿੱਗੀ ਆ ਉਹਨਾਂ ਨੂੰ ਦੇਵਾਂਗੇ ਰਿਪੇਅਰ ਕਰਨ ਲਈ, ਤੇ ਜਿਹਦਾ ਘਰ ਡਿੱਗੀ ਪਿਆ ਪੂਰਾ ਉਹਨੂੰ 1,20,000 ਦੇਵਾਂਗੇ। ਇਹ ਮੈਨੂੰ ਚੰਗਾ ਲੱਗਾ ਕਿਉਂਕਿ ਜਿਹੜਾ ਗਰੀਬ ਦਾ ਹੀ ਘਰ ਡਿੱਗਿਆ ਹੋਊਗਾ, ਤਗੜੇ ਬੰਦੇ ਦਾ ਲੈਂਟਰ ਤੇ ਕੀ ਡਿੱਗਣਾ ਸੀਗਾ। ਦੂਜੀ ਗੱਲ, ਫਸਲਾਂ ਵਾਲੀ ਇਹ ਵਾਕਿਆ ਹੀ ਮੁਆਵਜ਼ਾ ਇੱਕ ਚਲੋ ਨਾ ਹੋਣ ਨਾਲੋਂ ਹਾਂ ਵਾਲੀ ਗੱਲ ਹੈ। 15,000 ਰੁਪਈਆ ਜੇ ਟੋਟਲ ਫਸਲ ਤਬਾਹ ਹੋ ਗਈ ਹੈ ਤੇ ਉਹਦੇ ਨਾਲ ਜੋ ਪ੍ਰਭਾਵ ਆਮ ਆਦਮੀ ਪਾਰਟੀ ਵਿਰੋਧੀ ਪਾਰਟੀ ਦੇ ਤੌਰ ਤੇ ਦਿੰਦੀ ਸੀਗੀ ਉਹਦੇ ਮੁਤਾਬਕ ਤੇ ਇਹ ਕਾਫੀ ਘੱਟ ਨਜ਼ਰ ਆ ਰਿਹਾ। ਇਸੇ ਤਰੀਕੇ ਨਾਲ 3 ਕੈਟੇਗਰੀ ਬਣਦੀਆਂ ਤੇ ਹੋਰ ਵੀ ਚੰਗਾ ਸੀਗਾ ਕਿ ਤੀਜੇ ਹਿੱਸੇ ਤੋਂ ਥੱਲੇ ਵਾਲਿਆਂ ਦਾ ਜਿਨ੍ਹਾਂ ਦਾ ਖਰਾਬ ਹੋਇਆ ਉਹਨਾਂ ਦਾ ਵੀ ਜਾਂ ਅੱਧ 50 ਤੋਂ 75 ਜੇ ਦਾ ਹੋਇਆ ਉਹਦੀ ਅਲੱਗ ਬਣਾਉਂਦੇ ਤੇ ਬਾਕੀ ਦੀਆਂ ਦੀ ਇੱਕ ਥੱਲੇ ਵਾਲੇ ਦੀ ਕੈਟੇਗਰੀ। ਪਰ ਇਹਨਾਂ ਨੇ 2 ਹੀ ਬਣਾਈਆਂ, ਦੂਜਿਆਂ ਨੂੰ 6800 ਰੁਪਈਆ ਕੀਤਾ। ਉਹ ਦੇਖਣ ਵਾਲੀ ਗੱਲ ਹੈ ਕਿ ਕੀ ਕਿਸਾਨ ਯੂਨੀਅਨਾਂ ਇਹਦੇ ਤੋਂ ਖੁਸ਼ ਆ। ਦੂਜੀ ਗੱਲ, ਇਹ ਕਦੋਂ ਮਿਲਦਾ, ਇਹ ਬਹੁਤ ਇੰਪੋਰਟੈਂਟ ਆ। ਘੱਟ ਆ, ਚਲੋ ਉਹਦੇ ਚ ਘੱਟ ਆ, ਜੇ ਖਜ਼ਾਨੇ ਚ ਨਹੀਂ ਹੈ ਤੇ ਤੁਸੀਂ ਘੱਟ ਅਨਾਉਂਸ ਕਰਤਾ। ਉਹਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਵੇਲੇ ਸਿਰ ਮਿਲੇ। ਹੁਣ
ਭਗਵੰਤ ਮਾਨ ਉਹਨਾਂ ਨੇ 4-5 ਦਿਨ ਪਹਿਲਾਂ ਕਿਹਾ ਸੀ ਅਸੀਂ 10 ਦਿਨਾਂ 'ਚ ਦੇ ਦਾਂਗੇ, ਗਰਦੌਰੀ ਸ਼ੁਰੂ ਕਰਤੀ। ਉਹ ਆਪ ਵੀ ਗਰਦੌਰੀ ਕਰ ਆਏ ਸੀ 3-4 ਜ਼ਿਲ੍ਹਿਆਂ 'ਚ ਕਾਰ ਉਠਾ ਕੇ, ਖੁਦ ਉਹਨਾਂ ਨੇ ਫੋਟੋਆਂ ਖਿਚਾਈਆਂ। ਹੁਣ ਇਹ ਪਤਾ ਨਹੀਂ ਉਹ 10 ਦਿਨ ਉਦਣ ਤੋਂ ਗਿਣਨਗੇ ਜਾਂ ਅੱਜ ਕੈਬਨਿਟ ਦੀ ਮੀਟਿੰਗ ਤੋਂ ਗਿਣਨਗੇ ਜਾਂ ਗਰਦੌਰੀ ਜਿੱਦਣ ਖਤਮ ਹੋਊਗੀ ਉਦਣ ਤੋਂ ਗਿਣਨਗੇ। ਉਹ 10 ਦਿਨ ਕਿੱਦਣ ਤੋਂ ਕੈਲੰਡਰ ਸ਼ੁਰੂ ਹੋਣਾ ਇਹ ਨਹੀਂ ਪਤਾ। ਪਰ ਇਹ ਗੱਲ ਚੰਗੀ ਲੱਗੀ ਕਿ ਵਿਸਾਖੀ ਤੋਂ ਪਹਿਲਾਂ ਪੈਸੇ ਕਿਸਾਨਾਂ ਦੇ ਖਾਤਿਆਂ 'ਚ ਪੈ ਜਾਣਗੇ। ਇਹ ਗੱਲ ਹੈ ਤੇ ਅਬਾਬ ਜੀ ਇਹ ਜ਼ਿਆਦਾ ਜ਼ਰੂਰੀ ਆ। ਘੱਟ ਤੇ ਚਲੋ ਹੈ ਹੀ ਆ, ਪਰ ਘੱਟ ਵੀ ਜੇ ਵੇਲੇ ਸਿਰ ਪਹੁੰਚ ਜੇ, ਜਿਵੇਂ ਕਿ ਕਹਿ ਰਹੇ ਆ ਅਕਾਲੀ ਦਲ ਦੇ ਪ੍ਰਵਕਤਾ ਕਿ ਉਹ ਪਿਛਲੇ ਵਾਰ ਵਾਲੇ ਨਹੀਂ ਪਹੁੰਚੇ, ਉਹ ਨਿਰਾਸ਼ਾ ਜ਼ਿਆਦਾ। ਵਿਸਾਖੀ ਤੇ ਫੋਕਸ ਇਹਨਾਂ ਪੋਲੀਟੀਕਲ ਧਿਰਾਂ ਦਾ ਅੰਮ੍ਰਿਤਪਾਲ ਹੈ ਜਾਂ ਕਿਸਾਨ ਹੋਊਗਾ ਸਰ? ਦੇਖੋ ਜਿਹੜਾ ਵਿਸਾਖੀ ਤੇ ਪੋਲੀਟੀਕਲ ਪਾਰਟੀਆਂ ਦਾ ਤੇ ਦੋਵੇਂ ਚੀਜ਼ਾਂ ਹੀ ਹੁੰਦੀਆਂ ਆ। ਉਹਨਾਂ ਨੇ ਕਿਸਾਨਾਂ ਦੀਆਂ ਵੋਟਾਂ ਵੀ ਲੈਣੀਆਂ, ਇਹ ਵੀ ਕਰਨਗੇ, ਤੇ ਅੰਮ੍ਰਿਤਪਾਲ ਦਾ ਤੇ ਰੋਜ਼ ਤੁਸੀਂ ਸੁਣ ਰਹੇ, ਜਿਵੇਂ ਤੁਸੀਂ ਵੀ ਹੁਣ ਵੀ ਆਪਣੀਆਂ ਫੋਟੋਆਂ ਵੀ ਦਿਖਾਈਆਂ। ਪਰ ਜਿਹੜਾ ਕੰਮ ਹੋਮਵਰਕ, ਮੇਰੀ ਜਿਹੜਾ ਆਪਣਾ ਕਮੈਂਟ ਹੈ, ਹੋਮਵਰਕ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੂੰ ਹੁਕਮ ਕਰ ਰਹੇ ਆ, ਖੁਦ ਉਹ ਆਦਮੀ ਜਿਹੜੇ ਆਪ ਤੇ ਰੂਪੋਸ਼ ਹੋ ਗਏ ਆ, ਉਹ ਕਹਿੰਦੇ ਮੈਨੂੰ ਭਗੌੜਾ ਨਾ ਕਹੋ, ਮੈਂ ਤੇ ਰਬੈਲ ਆ, ਮੈਨੂੰ ਇਹ ਕਹੋ ਕਿ ਮੈਂ ਬਾਗੀ ਆ, ਤੇ ਬਗਾਵਤ ਵਿੱਚੋਂ ਮੈਂ ਰੂਪੋਸ਼ ਹੋ ਗਿਆ। ਤੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਨਾਲ ਕੰਪੇਅਰ ਕਰਕੇ ਕਿ ਜਿਵੇਂ ਉਹ ਮਾਛੀਵਾੜੇ ਦੇ ਜੰਗਲਾਂ 'ਚ ਚਲੇ ਗਏ ਸੀ, ਮੈਂ ਵੀ ਇੰਜ ਛਿਪ ਗਿਆ ਤੇ ਹੁਣ ਬਾਅਦ ਵਿੱਚ ਜਨਤਾ ਆਪਣੇ ਖਾਲਸੇ ਦੇ ਸਾਹਮਣੇ, ਸੰਗਤਾਂ ਦੇ ਸਾਹਮਣੇ ਮੈਂ ਹਾਜ਼ਰ ਹੋਊਂਗਾ। ਤੇ ਜੋ ਮੈਂ ਕਰ ਰਿਹਾ ਮੈਂ ਰੱਬ ਦੇ ਹੁਕਮ ਨਾਲ ਕਰ ਰਿਹਾ, 10ਵੇਂ ਪਾਤਸ਼ਾਹ ਦੇ ਹੁਕਮ ਨਾਲ ਕਰ ਰਿਹਾ। ਜੋ ਖੇਲ ਰਚਾਈ ਹੈ ਇਹ ਉਹਨਾਂ ਕਰਕੇ ਹੈ, ਮੇਰਾ ਕੋਈ ਕਸੂਰ ਨਹੀਂ। ਮੈਂ ਆਪ ਨਹੀਂ ਭੱਜਣਾ ਚਾਹੁੰਦਾ, ਮੈਨੂੰ ਹੁਕਮ ਹੋਇਆ ਕਿ ਤੂੰ ਭੱਜ ਜਾ ਤੇ ਮੈਂ ਭੱਜ ਗਿਆ। ਤੇ ਜਦੋਂ ਮੈਂ ਅਪੀਅਰ ਹੋਣਾ ਇਹ ਵੀ ਉਹਨਾਂ ਦੇ ਹੁਕਮ ਨਾਲ। ਇਹੋ ਜਿਹੀਆਂ ਗੱਲਾਂ ਸਾਰੀਆਂ ਚੱਲ ਰਹੀਆਂ। ਹੁਣ ਇਹ ਫੈਸਲਾ ਗਿਆਨੀ ਹਰਪ੍ਰੀਤ ਸਿੰਘ ਜੀ ਸਾਡੇ ਨਾਲੋਂ ਜ਼ਿਆਦਾ ਸਿਆਣੇ ਆ, ਇਹ ਫੈਸਲਾ ਕਰ ਲੈਣ। ਪਹਿਲਾਂ ਥੋੜਾ ਬਹੁਤ ਤੇ ਉਹਦੇ ਗੱਡੇ ਤੇ ਚੜੇ ਸੀ, ਕਦੀ ਚੜ੍ਹਦੇ ਸੀ ਕਦੀ ਉੱਤਰ ਜਾਂਦੇ ਸੀ। ਹੁਣ ਉਹ ਕਹਿੰਦਾ ਕਿ ਪੂਰੀ ਤਰ੍ਹਾਂ ਤੁਸੀਂ ਡਰਾਈਵਿੰਗ ਸੀਟ ਤੇ ਆ ਜਾਓ ਤੇ ਮੈਂ ਤੁਹਾਡੇ ਪਿੱਛੇ ਬਹਿਣਾ, ਤੁਹਾਨੂੰ ਮੈਂ ਅੱਗੇ ਲਾ ਕੇ ਆਪਣਾ ਕੰਮ ਕਰਨਾ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਪ੍ਰਸਮਜੀਤ ਸਿੰਘ, ਜਥੇਦਾਰ ਤੇ ਸਰਕਾਰ ਦੇ ਉੱਤੇ ਨਿਰਭਰ ਹੈ ਪੰਜਾਬ ਦੀ ਵਿਸਾਖੀ? ਬਿਲਕੁਲ ਇਹ ਗੱਲ ਤੇ ਠੀਕ ਹੈ, ਕਿਉਂਕਿ ਦੇਖੋ ਮੈਂ ਤੇ ਸ਼ੁਰੂ 'ਚ ਹੀ ਕਹਿਤਾ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਤੇ ਹਰ ਪਾਸੇ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂਕਿ ਉਹ ਇੱਕ ਚੁਣੀ ਹੋਈ ਸਾਡੇ ਸਾਰਿਆਂ ਦੀ ਸਰਕਾਰ ਆ, ਉਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ। ਚਲੋ ਮੈਂ ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਬਾਕੀ ਮੈਂ ਉਹਨਾਂ ਕੋਲ ਜਾਣਾ ਵਿਸਾਖੀ ਲਈ ਪੰਜਾਬ ਕਿੰਨਾ ਤਿਆਰ ਹੈ ਤੇ ਇਹ ਧਿਰਾਂ ਕਿੰਨੀਆਂ ਤਿਆਰੀ ਕਰੀ ਬੈਠੀਆਂ ਨੇ। ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਭਖਦੇ ਪੰਥਕ ਮੁੱਦਿਆਂ ਤੋਂ ਪਰੇਸ਼ਾਨ ਕਿਸਾਨੀ ਤੱਕ ਕਿਹੋ ਜਿਹੀ ਹੋਵੇਗੀ ਪੰਜਾਬ ਦੀ ਵਿਸਾਖੀ? ਮਿਸਟਰ ਖੜਿਆਲ, ਸਰਕਾਰ ਕਹਿੰਦੀ ਹੈ ਕਿ ਵਿਸਾਖੀ ਪੰਜਾਬ ਦੀ ਬਹੁਤ ਵਧੀਆ ਹੋਊਗੀ। ਜਿਹੜੇ ਕਿਸਾਨਾਂ ਦੇ ਉੱਤੇ ਕੁਦਰਤੀ ਕਰੋਪੀ ਦੀ ਮਾਰ ਜਿਨ੍ਹਾਂ ਨੂੰ ਸਹਿਣੀ ਪਈ ਹੈ ਉਹਨਾਂ ਲਈ ਮੁਆਵਜ਼ਾ, ਇਮਦਾਦ ਸਰਕਾਰ ਦੇ ਰਹੀ ਹੈ, ਗਿਰਦਾਵਰੀ ਹੋ ਰਹੀ ਹੈ। ਤੇ ਜਿਹੜਾ ਅੰਮ੍ਰਿਤਪਾਲ ਦਾ ਮੁੱਦਾ ਹੈਗਾ ਉਹ ਕਹਿੰਦੇ ਆ ਕਿ ਅਸੀਂ ਆਪਣਾ ਆਪਰੇਸ਼ਨ ਆ ਜਿਹੜਾ ਉਹਦੇ ਵਿੱਚ ਲੱਗੇ ਹੋਏ ਹਾਂ। ਮਿਸਟਰ ਖੜਿਆਲ ਜੀ ਦੇਖੋ, ਇਹ ਤੋਂ ਪਹਿਲਾਂ ਵੀ ਨਾ ਸਰਕਾਰ ਨੇ ਬੜੇ ਆਸ਼ਵਾਸਨ ਦਿੱਤੇ ਹੈ, ਬੜੇ ਵਾਅਦੇ ਕੀਤੇ ਹੈ। ਹੁਣ ਜਲਦੀ ਕਿਤੇ ਆਮ ਆਦਮੀ ਪਾਰਟੀ ਦੇ ਕਹੇ ਬੋਲਾਂ ਤੇ ਯਕੀਨ ਨਹੀਂ ਹੁੰਦਾ। ਇਹਨਾਂ ਨੇ ਇਹ ਵੀ ਕਿਹਾ ਸੀਗਾ 24 ਘੰਟੇ 'ਚ ਬੇਅਦਬੀ ਮਾਮਲੇ 'ਚ ਇਨਸਾਫ ਕਰਾਂਗੇ, ਉਹ ਨਹੀਂ ਹੋਇਆ। ਫਿਰ 1.5 ਮਹੀਨੇ 'ਚ ਇਨਸਾਫ ਕਰਾਂਗੇ, ਉਹ ਨਹੀਂ ਹੋਇਆ। ਫਿਰ ਜਦੋਂ ਅਜਨਾਲਾ ਕਾਂਡ ਹੋਇਆ, ਗਰੇਵਾਲ ਸਾਹਿਬ ਵੀ ਬਹੁਤ ਡਿਬੇਟਸ ਤੇ ਆ ਕੇ ਕਹਿੰਦੇ ਹੁੰਦੇ ਸੀਗੇ ਬਹੁਤ ਜਲਦੀ ਐਕਸ਼ਨ ਹੋਊਗਾ, ਬਹੁਤ ਜਲਦੀ ਹੋਊਗਾ, ਜਸਟ ਵੇਟ ਐਂਡ ਵਾਚ। ਫਿਰ ਵੀ ਕੁਝ ਨਹੀਂ ਹੋਇਆ। ਉਹ ਤੋਂ ਬਾਅਦ ਰੇਡ ਵੀ ਕਰਾ ਲਈ, 80,000 ਪੁਲਿਸ ਪਰਸਨਲ ਹੋਣ ਦੇ ਬਾਵਜੂਦ ਹਜੇ ਤੱਕ ਅਰੈਸਟ ਨਹੀਂ ਹੋ ਸਕੀ। ਸੋ ਆਮ ਆਦਮੀ ਪਾਰਟੀ ਕਵੇ ਨਾ ਕਰਕੇ ਦਿਖਾਵੇ, ਬਿਕੋਜ਼ ਐਕਸ਼ਨ ਸਪੀਕ ਵੇ ਲਾਊਡਰ ਦੈਨ। ਨਹੀਂ, ਖੜਿਆਲ ਸਾਹਿਬ ਨਾਲ ਉਹ ਇਹ ਗੱਲ ਕਹਿੰਦੇ ਆ ਕਿ ਜਿਹੜੀਆਂ ਸਿਆਸੀ ਧਿਰਾਂ ਹੈਗੀਆਂ, ਤੁਹਾਡੇ ਵਰਗੀ ਮੁੱਖ ਵਿਰੋਧੀ ਧਿਰ ਹੈ, ਉਹਨਾਂ ਵੀ ਸਾਥ ਨਿਭਾਉਣਾ ਚਾਹੀਦਾ। ਵਿਸਾਖੀ ਬਹੁਤ ਵੱਡਾ ਤਿਉਹਾਰ ਹੈ ਪੰਜਾਬ ਦੇ ਲਈ। ਸਾਡਾ ਸਾਥ ਪੰਜਾਬ ਦੇ ਇਕੱਲੇ ਬਸ਼ਿੰਦੇ ਨਾਲ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਚੰਗਾ ਕੰਮ ਕਰੂਗੀ ਤਾਂ ਇਹਨਾਂ ਨੂੰ ਵੀ ਸਾਥ ਮਿਲੂਗਾ, ਮਾੜਾ ਕੰਮ ਕਰੂਗੀ ਤਾਂ ਵਿਰੋਧ ਕਰਾਂਗੇ। ਸਿੰਪਲ ਜੀ ਗੱਲ ਹੈ। ਦੇਖੋ, ਵਿਸਾਖੀ ਸਾਡੇ ਲਈ ਸਭ ਤੋਂ ਵੱਡਾ ਦਿਨ ਹੁੰਦਾ, ਸਭ ਤੋਂ ਖੁਸ਼ੀ ਭਰਿਆ ਦਿਨ ਹੁੰਦਾ। ਇਹ ਸਰਕਾਰ ਮੇਕ ਸ਼ੋਰ ਕਰ ਸਕਦੀ ਸੀਗੀ ਕਿ ਖੁਸ਼ੀ ਦੁੱਗਣੀ ਤਿੱਗਣੀ ਹੋਵੇ ਪੰਜਾਬ ਦੇ ਲੋਕਾਂ ਦੀ ਇਹ ਦਿਨ ਨੂੰ, ਲੇਕਿਨ ਮਿਸਮੈਨੇਜਮੈਂਟ ਕਰਕੇ, ਆਪਦੇ ਫੇਲੀਅਰਸ ਕਰਕੇ ਬਹੁਤ ਲੋਕਾਂ ਦੀ ਖੁਸ਼ੀ ਇਹਨਾਂ ਨੇ ਖੋਈ ਹੈ। ਤੁਸੀਂ ਦੇਖੋ, ਚਾਹੇ ਕਿਸਾਨਾਂ ਦਾ ਇਸ਼ੂ ਹੋਵੇ, ਚਾਹੇ ਲਾਅ ਐਂਡ ਆਰਡਰ ਦਾ ਮਸਲਾ ਹੋਵੇ, ਚਾਹੇ ਰੋਜ਼ਗਾਰ ਦਾ ਮਸਲਾ ਹੋਵੇ, ਚਾਹੇ ਐਜੂਕੇਸ਼ਨ ਦਾ ਮਸਲਾ ਹੋਵੇ, ਮੈਡੀਕੇਅਰ ਦਾ ਮਸਲਾ ਹੋਵੇ, ਵਿਮਨ ਐਮਪਾਵਰਮੈਂਟ, ਮਹਿਲਾ ਸਸ਼ਕਤੀਕਰਨ ਦਾ ਮਸਲਾ ਹੋਵੇ, ਅਪਲਿਫਟਮੈਂਟ ਆਫ ਬੈਕਵਰਡ ਕਲਾਸਿਸ ਦਾ ਮਸਲਾ ਹੋਵੇ, ਹਰੇਕ ਐਸਪੈਕਟ ਤੇ ਇਹ ਸਰਕਾਰ ਪੁਰਜ਼ੋਰ ਤਰੀਕੇ ਨਾਲ, ਪੂਰਨ ਤਰੀਕੇ ਨਾਲ ਫੇਲ ਹੋਈ ਹੈ। ਤੇ ਮੈਂ ਇਹਨਾਂ ਨੂੰ ਪੁੱਛਦਾ ਇੱਕ ਗੱਲ ਕਿ ਤੁਹਾਡੇ ਲੀਡਰਸ ਨੂੰ
ਪੰਜਾਬ ਦੇ ਵਿੱਚ ਤਾਂ ਪ੍ਰਮੋਟ ਕਰਨੀ ਚਾਹੀਦੀ ਹੈ। ਤੇ ਇਹਨਾਂ ਦੇ ਸੀਨੀਅਰ ਲੀਡਰਸ ਹਿੰਦੀ ਨੂੰ ਪ੍ਰਮੋਟ ਕਰੇ ਸਾਹਿਬ। ਹਿੰਦੀ ਦੇ ਵਿੱਚ ਬਿਆਨ ਆ ਰਹੇ ਹੈ, ਹਿੰਦੀ ਦੇ ਵਿੱਚ ਸਰਕੂਲਰਸ ਵੀ ਆ ਰਹੇ ਅਲੈਜਿਡਲੀ। ਸੋ ਮੈਂ ਇਹਨਾਂ ਨੂੰ ਗੱਲ ਪੁੱਛਦਾ ਹੈ ਕਿ ਪੰਜਾਬੀ ਤੁਹਾਡੇ ਲਈ ਜ਼ਰੂਰੀ ਹੈ ਕਿ ਨਹੀਂ ਹੈ? ਪੰਜਾਬੀ ਨੂੰ ਪ੍ਰਮੋਟ ਕਰਨਾ ਹੈ ਕਿ ਨਹੀਂ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ? ਤੇ ਕਿਉਂ ਹਿੰਦੀ ਦੇ ਵਿੱਚ ਬਿਆਨ ਆਉਂਦੇ ਆ ਤੁਹਾਡੇ? ਕਿਉਂ ਹਿੰਦੀ ਨੂੰ ਤੁਸੀਂ ਪ੍ਰਾਈਮ ਬਣਾਇਆ ਹੋਇਆ? ਇਹ ਚੀਜ਼ ਦਾ ਜਵਾਬ ਲਓ ਇਹਨਾਂ ਤੋਂ। ਚਲੋ ਮੈਂ ਲੈਣਾ। ਮੈਨੂੰ ਇੱਕ ਤੁਸੀਂ ਦੱਸ ਦਿਓ, ਵਿਸਾਖੀ ਤੇ ਸਰਬੱਤ ਖਾਲਸਾ ਸੱਦਿਆ ਜਾਣਾ ਚਾਹੀਦਾ, ਕਾਂਗਰਸ ਸਟੈਂਡ ਕੀ ਹੈ? ਕਾਂਗਰਸ ਦਾ ਸਟੈਂਡ ਹੈ ਕਿ ਪੰਜਾਬ ਲਈ, ਪੰਜਾਬ ਦੀ ਖੁਸ਼ੀ ਲਈ ਜੋ ਜ਼ਰੂਰੀ ਹੈ ਉਹ ਹੋਣਾ ਚਾਹੀਦਾ। ਚਲੋ ਠੀਕ ਹੈ। ਅਮਨਜੋਤ ਕੌਰ ਅਮੋਲੀਆ, ਬੀਜੇਪੀ ਦਾ ਸਟੈਂਡ ਕੀ ਹੈ ਵਿਸਾਖੀ ਦੇ ਮੌਕੇ ਦੇ ਉੱਤੇ? ਪੰਜਾਬ ਦੇ ਲਈ ਕਿਹੜਾ ਵਿਜ਼ਨ ਹੋਣਾ ਚਾਹੀਦਾ? ਸਰਕਾਰ ਨੂੰ ਕਿਹੜਾ ਰੁਖ ਅਖਤਿਆਰ ਕਰਨਾ ਚਾਹੀਦਾ? ਤੇ ਤੁਹਾਡੇ ਵਰਗੀ ਆਪੋਜੀਸ਼ਨ ਜਿਹੜੀ ਧਿਰ ਹੈਗੀ ਹੈ ਜਾਂ ਸੈਂਟਰ ਵਿੱਚ ਤੁਸੀਂ ਰਾਜ ਕਰ ਰਹੇ ਹੋ, ਤੁਹਾਡਾ ਰੋਲ ਕੀ ਹੋਣਾ ਚਾਹੀਦਾ? ਦੇਖੋ, ਵਿਸਾਖੀ ਪੰਜਾਬ ਦੇ ਲਈ ਖੁਸ਼ੀ ਦਾ ਮਾਹੌਲ ਹੋਣਾ ਚਾਹੀਦਾ, ਜਿਹੜਾ ਦਿਸ ਨਹੀਂ ਰਿਹਾ। ਇੱਕ ਤਾਂ ਕੁਦਰਤ ਦੀ ਮਾਰ ਵਰਗੀ, ਇੱਕ ਸਰਕਾਰ ਵੱਲੋਂ ਲਾਅ ਐਂਡ ਆਰਡਰ ਦੇ ਵਿੱਚ ਜਿਹੜੀ ਐਡਾ ਅਸੀਂ ਅਪਸੈਟ ਹੋਏ ਵੀ ਹਾਂ ਔਰ ਖੁਦ ਹੀ ਸਰਕਾਰ ਅਪਸੈਟ ਹੋਈ ਵੀ ਆ। ਜੇ ਮੈਂ ਫਸਲਾਂ ਦੀ ਗੱਲ ਕਰਾਂ ਤਾਂ ਕੇਂਦਰ ਸਰਕਾਰ ਨੇ ਇੱਕ ਫਸਲ ਬੀਮਾ ਯੋਜਨਾ ਬਣਾਈ ਆ, ਜਿਹੜੀ 26% ਸਾਡੇ ਦੇਸ਼ ਵਿੱਚ ਫੋਲੋ ਹੁੰਦੀ ਆ ਔਰ ਸਾਡੇ ਪੰਜਾਬ ਸਟੇਟ ਦੇ ਵਿੱਚ ਲਾਗੂ ਨਹੀਂ ਕੀਤੀ ਗਈ। ਜਿਹੜੀ ਪੂਰੀ ਸਿਆਸੀ ਗੱਲ ਹੈ ਕਿ ਜੇ ਲਾਗੂ ਕਰਦੇ ਆ ਤਾਂ ਕੇਂਦਰ ਦੀ ਬੱਲੇ ਬੱਲੇ ਨਾ ਹੋ ਜਾਵੇ। ਜੇ ਅਸੀਂ ਲਾਗੂ ਕਰਦੇ ਹੈ ਤੇ ਅੱਜ ਸਾਡੇ ਲੋਕਾਂ ਨੂੰ ਉਹਦਾ ਝੋਨੇ ਦੇ ਉੱਤੇ ਤੇ ਹੋਰ ਫਸਲਾਂ ਦੇ ਉੱਤੇ 2% ਪ੍ਰੀਮੀਅਮ ਦੇ ਕੇ ਉਹਨਾਂ ਨੂੰ ਉਹਨਾਂ ਦੀ ਪੂਰੀ ਲਾਗਤ ਮਿਲ ਜਾਣੀ ਸੀ ਔਰ ਕਣਕ ਦੇ ਉੱਤੇ 1.5% ਦੇ ਕੇ ਉਹਨਾਂ ਨੂੰ 1500 ਰੁਪਏ ਦੇ ਕੇ। ਅਮਨਜੋਤ ਕੌਰ ਅਮੋਲੀਆ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਤੁਸੀਂ ਇਹ ਕਹਿਣਾ ਅਮਨਜੋਤ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਫਸਲ ਬੀਮਾ ਯੋਜਨਾ ਦੇ ਨਾਲ ਕਿਸਾਨ ਖੁਸ਼ਹਾਲ ਹੋ ਜਾਂਦਾ ਚਾਹੇ ਕੁਦਰਤੀ ਕਰੋਪੀ ਹੋਈ ਸੀਗੀ? ਹਾਂ, ਕਿਉਂਕਿ ਹੁਣ ਇਹ 15000 ਰੁਪਏ ਦੇ ਰਹੇ ਆ, ਜਿੱਥੇ ਮੱਧ ਪ੍ਰਦੇਸ਼ 30000 ਰੁਪਏ ਦੇ ਰਿਹਾ। ਇਹ ਤਾਂ ਘੱਟ ਆ, ਕਿਉਂਕਿ 15000 ਰੁਪਏ 6 ਮਹੀਨੇ ਦਾ ਤਾਂ ਠੇਕਾ ਹੀ ਬਣ ਜਾਂਦਾ। ਫਿਰ ਪਲੱਸ ਕਿਸਾਨਾਂ ਦਾ ਉੱਤੇ ਖਰਚਾ ਹੋਇਆ, ਬੀਜ ਦਾ ਖਰਚਾ ਹੋਇਆ ਔਰ ਉਹਨਾਂ ਦਾ ਪੂਰਾ ਖਰਚਾ ਵੀ ਨਹੀਂ ਨਿਕਲਿਆ। ਉਹਨਾਂ ਦੀ ਇਨਕਮ ਕੋਈ ਨਹੀਂ ਹੋਣੀ ਗੀ। ਆਖਿਰ ਉਹ ਸਾਰੀ ਡਿਪੈਂਡੈਂਸੀ ਜਿਹੜੀ ਉਹ ਫਸਲ ਦੇ ਉੱਤੇ ਹੀ ਹੁੰਦੀ ਹੈ। ਲੋਕਾਂ ਦਾ ਰੋਟੀ ਕੱਪੜਾ ਸਾਰਾ ਫਸਲ ਤੋਂ ਹੀ ਲੈਣਾ ਉਹਨਾਂ ਨੇ, ਉਹ ਕਿੱਥੋਂ ਖਰਚੇ ਪੂਰੇ ਕਰਨਗੇ? ਇਹ ਬਹੁਤ ਘੱਟ ਪੈਸਾ। ਜਿੱਥੇ ਅੰਮ੍ਰਿਤਪਾਲ ਦੀ ਗੱਲ ਆ ਰਹੀ ਆ, ਉੱਥੇ ਸਰਬੱਤ ਖਾਲਸਾ ਲਈ ਸਰਬੱਤ ਖਾਲਸਾ ਬੁਲਾਉਣਾ ਚਾਹੀਦਾ, ਪਰ ਸਰਬੱਤ ਖਾਲਸਾ ਬੁਲਾਉਣਾ ਚਾਹੀਦਾ ਸੀਗਾ ਜਥੇਦਾਰ ਸਾਹਿਬ ਨੂੰ ਨਸ਼ਾ ਮੁਕਤੀ ਲਈ, ਸਿੱਖੀ ਨੂੰ ਵਧਾਉਣ ਲਈ। ਜਿਹੜੇ ਲੋਕ ਕ੍ਰਿਸਚਨ ਬਣ ਰਹੇ ਆ ਉਹਨਾਂ ਨੂੰ ਵਾਪਸ ਲੈ ਕੇ ਆਉਣ ਲਈ ਉਹਨਾਂ ਨੂੰ ਬਜਟ ਰੱਖਣਾ ਚਾਹੀਦਾ ਸੀ ਇਹਦੇ ਵਿੱਚ। ਜੇ ਸਰਬੱਤ ਖਾਲਸਾ ਇਸ ਲਈ ਬੁਲਾਉਣਾ ਕਿ ਅੰਮ੍ਰਿਤਪਾਲ ਲਈ, ਤਾਂ ਇਹ ਬਹੁਤ ਮਾੜੀ ਗੱਲ ਆ। ਅੰਮ੍ਰਿਤਪਾਲ, ਜਿਵੇਂ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਕਿਹਾ, ਜਿਹੜਾ ਆਪਣੇ ਆਪ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਨਾਲ ਕੰਪੇਅਰ ਕਰਦਾ, ਉਹ ਕਾਹਦੇ ਲਈ ਤੁਸੀਂ ਉਹਦੇ ਕਹੇ ਤੋਂ ਹੁਣ ਜਥੇਦਾਰ ਸਾਹਿਬ ਕੀ ਅੰਮ੍ਰਿਤਪਾਲ ਰਾਹੀਂ ਚੱਲਣਗੇ? ਪਹਿਲਾਂ ਹੀ ਉਹ ਪਰਿਵਾਰ ਰਾਹੀਂ ਚੱਲ ਰਹੇ ਆ। ਉਹ ਸਮੂਹ ਸਿੱਖਾਂ ਦੇ ਜਥੇਦਾਰ ਆ, ਦੁਨੀਆ ਭਰ ਚ ਰਹਿੰਦੇ ਸਿੱਖਾਂ ਦੇ ਜਥੇਦਾਰ ਆ। ਅਮਨਜੋਤ ਜੀ, ਵਿਸਾਖੀ ਦੇ ਮੌਕੇ ਤੇ ਸਰਕਾਰ ਦਾ ਫੋਕਸ ਕੀ ਹੋਊਗਾ, ਅੰਮ੍ਰਿਤਪਾਲ ਜਾਂ ਪੰਜਾਬ? ਦੇਖੋ, ਪੰਜਾਬ ਦਾ ਉਹਨਾਂ ਦਾ ਫੋਕਸ ਲੱਗ ਨਹੀਂ ਰਿਹਾ, ਉਹ ਤਾਂ ਅੰਮ੍ਰਿਤਪਾਲ 'ਚ ਹੀ ਉਲਝੇ ਪਏ ਆ। ਪਰ ਉਹਨਾਂ ਨੂੰ ਇਹ ਚਾਹੀਦਾ ਕਿ ਵਿਸਾਖੀ ਦੇ ਮੌਕੇ ਦੇ ਉੱਤੇ ਪੰਜਾਬ ਵਿੱਚ ਅਮਨ ਸ਼ਾਂਤੀ, ਪੰਜਾਬ ਦੇ ਕਿਸਾਨਾਂ ਨੂੰ ਜੋ ਨੁਕਸਾਨ ਹੋਇਆ ਉਹਨਾਂ ਨੂੰ ਉਹਨਾਂ ਦਾ ਪੂਰਾ ਮੁਆਵਜ਼ਾ ਦੇਣ, ਤਾਂ ਕਿ ਜਿਹੜੇ ਉਦਾਸ ਚਿਹਰੇ ਆ ਖੁਸ਼ ਹੋ ਸਕਣ। ਚਲੋ ਮੈਂ ਇੱਕ ਛੋਟਾ ਜਿਹਾ ਹੋਰ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਅੱਜ ਇਹਨਾਂ ਮਹਿਮਾਨਾਂ ਨੂੰ ਸੁਣਨਾ ਤੇ ਸੁਣ ਕੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹਨਾਂ ਦਾ ਰੋਡ ਮੈਪ ਕੀ ਹੈਗਾ, ਕਿਹੜਾ ਵਿਜ਼ਨ ਹੈ ਪੰਜਾਬ ਲਈ ਚਾਹੁੰਦੇ ਆ। ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛਦੇ ਹਾਂ, ਭਖਤ ਤੇ ਪੰਥਕ ਮੁੱਦਿਆਂ ਤੋਂ ਪਰੇਸ਼ਾਨ ਕਿਸਾਨੀ ਤੱਕ ਕਿਹੋ ਜਿਹੀ ਹੋਵੇਗੀ ਪੰਜਾਬ ਦੀ ਵਿਸਾਖੀ? ਅਹਿਬਾਬ ਸਿੰਘ ਗਰੇਵਾਲ, ਆਪੋਜੀਸ਼ਨ ਦੇ ਬਹੁਤ ਸਾਰੇ ਸਵਾਲ ਹੈ, ਪਰ ਉਹਨਾਂ ਸਵਾਲਾਂ ਦੇ ਨਿਚੋੜ ਦੇ ਨਾਲ ਮੈਂ ਇੱਕ ਸਵਾਲ ਤੁਹਾਨੂੰ ਕਰਨ ਜਾ ਰਿਹਾ। ਉਹ ਇਹ ਕਹਿ ਰਹੇ ਸਿੱਧਾ ਕਿ ਲਾਅ ਐਂਡ ਆਰਡਰ ਤੁਹਾਡੇ ਵੱਸ ਦਾ ਰੋਗ ਨਹੀਂ ਹੈਗਾ, ਨਹੀਂ ਤਾਂ ਵਿਸਾਖੀ ਇੱਕ ਖੁਸ਼ਹਾਲ ਸੂਬੇ ਦੇ ਲਈ ਖੁਸ਼ਹਾਲ ਤਿਉਹਾਰ ਵਾਂਗੂ ਮਨਾਉਣਾ ਚਾਹੀਦਾ, ਪਰ ਉਹ ਇਹਨਾਂ ਨੂੰ ਲੱਗਦਾ ਨਹੀਂ ਪਿਆ। ਉਹ ਕਹਿੰਦੇ ਸਰਕਾਰ ਖੁਦ ਅਪਸੈਟ ਹੋਈ ਪਈ ਹੈ, ਉਲਝੀ ਪਈ ਅੰਮ੍ਰਿਤਪਾਲ ਦੇ ਵਿਚਾਲੇ। ਸਾਰੇ ਬੜੇ ਸਤਿਕਾਰਯੋਗ ਨੇ ਜੀ। ਮੈਂ ਉਮੀਦ ਕਰੂੰਗਾ ਕਿ ਥੋੜੀ ਜਿਹੀ ਐਂਬੀਗੁਇਟੀ ਘੱਟ ਦਿਖਾਉਣ
ਪਹਿਲਾਂ ਪੁਰਾਣੇ ਮੁਆਵਜ਼ੇ ਨਹੀਂ ਮਿਲੇ, ਬਹੁਤ ਥੋੜੇ ਕੇਸ ਨੇ ਜੀ, ਮੈਜੋਰਿਟੀ ਨੂੰ ਮੁਆਵਜ਼ਾ ਮਿਲ ਗਿਆ, ਪਹਿਲੀ ਗੱਲ। ਦੂਜੀ ਗੱਲ, ਪ੍ਰੋਫੈਸਰ ਸਾਹਿਬ ਦਾ ਸੁਝਾਅ ਬਹੁਤ ਚੰਗਾ ਹੈ ਕਿ 33% ਤੋਂ ਘੱਟ ਜਿਹੜੇ ਹੋਏ ਆ ਉਹ ਵੀ ਦੇਖਣਾ ਚਾਹੀਦਾ, ਕੈਟੇਗਰੀ ਰੱਖਣੀ ਚਾਹੀਦੀ। ਕਿ ਪ੍ਰੋਫੈਸਰ ਸਾਹਿਬ ਮੈਂ ਇਹ ਜ਼ਰੂਰ ਅੱਗੇ ਪਹੁੰਚਾਊਂਗਾ, ਮੇਰਾ ਆਸ਼ਵਾਸਨ ਹੈ। ਥਰਡਲੀ ਸਰ, ਮੈਂ ਜਿਹੜੀ ਗੱਲ ਕਹਿ ਰਿਹਾ ਕਿ ਜਨਰਲ ਕਹਿ ਦੇਣਾ ਕਿ ਇਹਦੇ 'ਚ ਫੇਲ, ਇਹਦੇ 'ਚ ਫੇਲ, ਇਹਦੇ 'ਚ ਫੇਲ, ਇਹਦੇ 'ਚ ਫੇਲ, ਚਲੋ ਕੋਈ ਗੱਲ ਨਹੀਂ, ਕਹਿਣਾ ਸੌਖਾ ਹੁੰਦਾ ਹੈ। 15,000 ਰੁਪਏ ਏਕੜ ਲਗਭਗ 40,000 ਰੁਪਏ ਹੈਕਟੇਅਰ ਬਣ ਜਾਂਦਾ ਜੀ, ਲਗਭਗ 40,000 ਤੋਂ ਉੱਤੇ ਬਣ ਜਾਂਦਾ। ਸੋ ਅਪਰੋਕਸੀਮੇਟਲੀ ਉਨਾ ਹੀ ਦਿੱਤਾ ਜਾ ਰਿਹਾ ਹੈ। ਨਾਓ ਮੋਰ ਇੰਪੋਰਟੈਂਟ ਦੀ ਗੱਲ ਕੀ ਹੈ, ਗਰਦੌਰੀਆਂ ਪਬਲਿਕ ਪਲੇਸ ਹੋ ਰਹੀਆਂ, ਡਿਸਕ੍ਰੈਸ਼ਨ ਕਿਸੇ ਦੀ ਨਹੀਂ ਯੂਜ਼ ਹੋਊਗੀ, ਪਬਲਿਕ ਸਾਰਾ ਕੁਝ ਹੋਊਗਾ, ਹਦਾਇਤਾਂ ਨੇ ਜਲਦ ਤੋਂ ਜਲਦ ਹੋਗਾ, ਫੰਡਿੰਗ ਉਹਦੇ ਲਈ ਅਰੇਂਜ ਕਰ ਦਿੱਤੀ ਗਈ ਹੈ। ਮੈਂ ਜਿਹੜੀ ਗੱਲ ਕਹਿ ਰਿਹਾ ਕਿ ਚਲੋ ਆਪਾਂ ਐਂਬੀਗੁਅਸਲੀ ਕਹਿ ਦੋ ਜੀ ਸਰਕਾਰ ਇਹਦੇ 'ਚ ਫੇਲ, ਇਹਦੇ 'ਚ ਫੇਲ, ਠੀਕ ਹੈ, ਕੋਈ ਗੱਲ। ਪਹਿਲੀ ਗੱਲ KP ਜੀ, ਦੁਬਾਰਾ ਇਤਿਹਾਸ ਨਹੀਂ ਦੁਹਰਾਉਣ ਦਿੱਤਾ। 4 ਦਿਨ ਇੰਟਰਨੈਟ ਭਾਵੇਂ ਬੰਦ ਹੋਇਆ, ਕਿਸੇ ਦੇ ਧੀ ਭੈਣ ਬੱਚੇ ਦਾ ਨੁਕਸਾਨ ਨਹੀਂ ਹੋਣ ਦਿੱਤਾ। ਪੰਜਾਬ ਦੇ ਵਿੱਚ ਮਿਨੀਮਮ 40 ਸ਼ਰਾਰਤੀ ਲੋਕਾਂ ਨੂੰ ਫੜ ਕੇ ਅੰਦਰ ਦਿੱਤਾ, ਬਾਕੀ ਬੱਚਿਆਂ ਨੂੰ ਸਮਝਾ ਬੁਝਾ ਕੇ ਘਰੇ ਬੈਠੇ ਨੇ ਸਾਰੇ, ਕਿਸੇ ਨਾਲ ਕੁਛ ਇਹੋ ਜਿਹਾ ਨਹੀਂ ਹੋ ਰਿਹਾ। ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਗਰੇਵਾਲ ਸਾਹਿਬ, ਤੁਸੀਂ ਉਹਨਾਂ ਪਰਿਵਾਰਾਂ ਵੱਲ ਵੀ ਧਿਆਨ ਦਿਓ ਜਿਹੜੇ NSA ਦਾ ਵਿਰੋਧ ਕਰਦੇ ਪਏ ਆ, ਉਹ ਵਿਸਾਖੀ ਕਿਵੇਂ ਮਨਾਉਣਗੇ? ਠੀਕ ਹੈ, ਉਹ 8 ਪਰਿਵਾਰ ਨੇ ਸਰ, 8 ਪਰਿਵਾਰ ਨੇ। ਜੋ ਜਾਣਕਾਰੀ ਪ੍ਰਾਪਤ ਹੋਈ ਹੈ 20 ਤੋਂ 25 ਕਰੋੜ ਦਾ ਆਪਰੇਸ਼ਨ ਸੀ। 20 ਤੋਂ 25 ਕਰੋੜ ਦੇ ਆਪਰੇਸ਼ਨ ਦੇ ਵਿੱਚ ਤਨਖਾਹਾਂ ਗਈਆਂ ਨੇ, ਏਜੰਡੇ ਬਣੇ ਨੇ, ਸੈੱਟ ਕੀਤਾ ਗਿਆ। ਪੈਸੇ ਕਿੱਥੋਂ ਆਏ? ਜਿਹੜੇ ਲੋਕ ਇਹੋ ਜਿਹੀਆਂ ਤਾਕਤਾਂ ਨਾਲ ਇਨਵੋਲਵ ਹੋਣਗੇ ਉਹਨਾਂ ਤੋਂ ਸਰ ਕਾਨੂੰਨ ਤਾਂ ਆਪਣਾ ਕੰਮ ਕਰੇਗਾ। ਜੇ 8 ਪਰਿਵਾਰਾਂ ਨੇ ਰਲ ਕੇ ਐਡਾ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੇ ਉਹ 8 ਲੋਕਾਂ ਨੇ ਰੁਕਿਆ ਤਾਂ ਉਹਨਾਂ ਨੂੰ ਦੇਖੋ ਜੀ ਕਾਨੂੰਨ ਕੰਮ ਕਰੇਗਾ। ਕੋਈ ਇਹ ਨਹੀਂ ਹੈਗਾ ਕੋਈ ਕਹੇਗਾ ਜੀ ਇਹ ਨਹੀਂ ਮਿਲਦੇ ਰਹੇ, ਉਹ ਨਹੀਂ ਮਿਲਦੇ ਰਹੇ, ਕਾਨੂੰਨ ਕੰਮ ਕਰੇਗਾ। ਫਿਲਹਾਲ ਆਨਗੋਇੰਗ ਆਪਰੇਸ਼ਨ ਹੈ, ਜਦੋਂ ਆਪਰੇਸ਼ਨ ਕੰਪਲੀਟ ਹੋ ਗਿਆ ਸਭ ਕਾਨੂੰਨ ਮਿਲਣਾ। ਤੀਜਾ ਫੈਕਟ ਤੇ ਆਈਏ ਆਪਾਂ, ਕੋਈ 30,000 ਜਿਹੜਾ ਬੱਚਾ ਦੇਸ਼ ਨੇ ਮੁਆਵਜ਼ਾ ਦਿੱਤਾ, ਪਤਾ ਹੁੰਦਾ ਹੁਣ ਨੂੰ ਸਰ ਹੈਡਲਾਈਨ ਸਕਰੀਨ ਕਰਦੀਆਂ। ਐਂਡ ਜਿਹੜੀ ਐਗਰੀਕਲਚਰ ਇੰਸ਼ੋਰੈਂਸ ਹੈ ਉਹਦੇ ਬਾਰੇ ਆਪਣੇ ਜਿਹੜੇ ਆਪਣੇ ਕੀ ਨਾਮ ਦੇ ਕੈਗ ਦੀ ਰਿਪੋਰਟ ਹੈ ਕਿ ਐਗਰੀਕਲਚਰ ਇੰਸ਼ੋਰੈਂਸ ਜਿਹੜੀ ਸੈਂਟਰਲ ਗਵਰਨਮੈਂਟ ਦੀ ਸਕੀਮ ਹੈ, ਦੈਟਸ ਅ ਸਕੈਮ। ਹਜ਼ਾਰਾਂ ਕਰੋੜ ਦਾ ਮੁਆਵਜ਼ਾ ਇੰਸ਼ੋਰੈਂਸ ਪ੍ਰੀਮੀਅਮ ਲੈ ਚੁੱਕੀਆਂ ਨੇ ਕੰਪਨੀਆਂ ਤੇ ਕਿਸਾਨਾਂ ਨੂੰ ਹਾਰਡਲੀ 5% ਮਿਲਿਆ। ਜੇ ਕਿਸੇ ਕੋਲ ਇਹਦੇ ਵਿਅਕਤੀਗਤ ਰਿਕਾਰਡਸ ਨੇ, ਪਲੀਜ਼ ਰਿਕਾਰਡ ਨੰਬਰਸ ਨਾ ਦੱਸਿਓ ਪਲੀਜ਼। ਚਲੋ ਠੀਕ ਹੈ। ਹਾਂ ਅਮਨਜੋਤ ਬੋਲਿਓ, 1 ਮਿੰਟ ਆ ਰਿਹਾ ਮਿਸਟਰ ਖੜਿਆਲ। ਮੈਂ ਕਹਿਣਾ ਚਾਹੁੰਦੀ ਹਾਂ ਕਿ ਇਹ ਤੁਸੀਂ ਪੰਜਾਬ ਸਰਕਾਰ ਸਿਰਫ ਇਸ ਗੱਲ ਤੇ ਕਿ ਕਿਤੇ ਮੋਦੀ ਜੀ ਦੀ ਬੱਲੇ ਬੱਲੇ ਨਾ ਹੋ ਜਾਏ। ਦੇਖੋ 3 ਵੱਡੀਆਂ ਜਿਹੜੀਆਂ ਕੰਪਨੀਆਂ ਆ ਉਸ ਇੰਸ਼ੋਰੈਂਸ ਕਰਵਾ ਰਹੀਆਂ ਤੇ ਗਵਰਨਮੈਂਟ ਆਫ ਇੰਡੀਆ ਖੁਦ ਕਰਾ ਰਹੀ ਆ। ਗਵਰਨਮੈਂਟ ਆਫ ਇੰਡੀਆ ਦੀ GOI ਖੁਦ ਕਰਾ ਰਹੀ ਹੈ ਇੰਸ਼ੋਰੈਂਸ, ਔਰ ਇੰਨੇ ਪੈਸੇ ਵੀ ਨਹੀਂ ਲੱਗਦੇ। 2,000 ਰੁਪਇਆ ਤੇ ਜਾਂ 1,500 ਰੁਪਏ ਮਿਲੀ ਵੀ ਆ। 50% ਦੇ ਜਿੰਨਾ ਲੋਕਾਂ ਨੇ ਉਹਦੇ ਚ 50% ਲੋਕਾਂ ਜਿਨ੍ਹਾਂ ਨੇ ਕਰਾਈ 50% ਠੀਕ ਹੈ ਮਨਜੋਤ, ਠੀਕ ਹੈ, ਔਰ ਉਹਨਾਂ ਨੂੰ ਮਿਲੇ ਆ ਪੈਸੇ। ਔਰ ਇਹ ਪਿਛਲੇ ਫਿਗਰ ਦੱਸ ਰਹੇ ਵੇ। ਠੀਕ ਹੈ ਮਨਜੋਤ। ਹਾਂ ਮਿਸਟਰ ਖੜਿਆਲ ਬੋਲੋ। ਮੈਂ ਇੱਕ ਜਵਾਬ ਹੀ ਦੇਣਾ KP ਜੀ ਇਹਨਾਂ ਨੂੰ। ਗਰੇਵਾਲ ਸਾਹਿਬ ਕਹਿੰਦੇ ਐਂਬੀਗੁਇਟੀ ਨਾ ਜੀ ਰੱਖੋ, ਇਹ ਸਿੰਪਲੀ ਕਹਿ ਦੇਣਾ ਐਜੂਕੇਸ਼ਨ ਤੇ ਐਮਪਲੋਇਮੈਂਟ ਤੇ ਮੈਡੀਕਲ ਤੇ ਫੇਲਿਅਰ, ਇਹਦੇ ਨਾਲ ਗੱਲ ਜੀ ਨਹੀਂ ਬਣਦੀ। ਸੋ ਗਰੇਵਾਲ ਸਾਹਿਬ ਡਿਟੇਲ ਲੈ ਲਓ, ਜਰਾ ਨੋਟ ਕਰ ਲਓ। ਲਾਅ ਐਂਡ ਆਰਡਰ ਦੇ ਤਾਂ ਫੇਲ ਹੋਏ ਹੋ ਬਿਕੋਜ਼ ਅੰਮ੍ਰਿਤਪਾਲ ਵਾਲਾ ਇਸ਼ੂ ਹੈ, ਅਜੇ ਤੱਕ ਅਰੈਸਟ ਨਹੀਂ ਹੋ ਸਕੇ ਤੁਹਾਡੇ ਤੋਂ। ਸਟੇਟ ਦਾ ਵੀ ਫੇਲਿਅਰ ਹੈ, ਸੈਂਟਰ ਦਾ ਵੀ ਫੇਲਿਅਰ ਹੈ। ਅਜਨਾਲਾ ਕਾਂਡ ਦੇ ਵਿੱਚ ਨਹੀਂ ਤੁਹਾਡੇ ਤੋਂ ਇਨਸਾਫ ਹੋਇਆ, ਪਟਿਆਲਾ ਕਲੈਸ਼ ਦੇ ਵਿੱਚ, ਮੂਸੇਵਾਲੇ ਦੇ ਕਤਲ ਦੇ ਵਿੱਚ, ਕਬੱਡੀ ਪਲੇਅਰਸ ਦੇ ਕਤਲ ਦੇ ਵਿੱਚ, ਸ਼ਿਵ ਸੈਨਾ ਲੀਡਰ ਦੇ ਕਤਲ ਦੇ ਵਿੱਚ, ਫਿਰੌਤੀ ਰੇਟ ਦੇ ਵਿੱਚ, ਅਬਡਕਸ਼ਨ ਰੇਟ, ਕਿਡਨੈਪਿੰਗ ਰੇਟ, ਤੇ ਪੰਜਾਬ ਦੇ ਵਿੱਚ ਜਿਹੜੀਆਂ ਇੰਡਸਟਰੀਜ਼ ਆਉਣੀਆਂ ਚਾਹੀਦੀਆਂ ਸੀ ਉਹ ਵੀ ਛੱਡ ਕੇ ਜਾ ਰਹੀ ਹੈ ਬਿਕੋਜ਼ ਪੰਜਾਬ ਦੇ ਵਿੱਚ ਸੇਫਟੀ ਸਿਕਿਉਰਿਟੀ ਘਟ ਗਈ ਹੈ। ਦੂਜਾ ਐਜੂਕੇਸ਼ਨ ਤੇ ਫੇਲਿਅਰ ਕਿਉਂ ਹੈ? ਤੁਹਾਡੀ ਪਹਿਲੀ ਸਰਕਾਰ ਹੋਊਗੀ ਪੂਰੇ ਦੇਸ਼ ਦੇ ਵਿੱਚ ਜਿਹਨੇ ਇਹ ਕਹਿਤਾ ਵੀ ਜੇ ਕੋਈ ਰਿਪੋਰਟ ਪੰਜਾਬ ਦੇ ਸਕੂਲਾਂ ਨੂੰ ਨੰਬਰ 1 ਦਿਖਾ ਰਹੀ ਹੈ ਤਾਂ ਉਹ ਰਿਪੋਰਟ ਹੀ ਗਲਤ ਹੈ ਜੀ। ਤਾਂ ਐਜੂਕੇਸ਼ਨ ਤੇ ਖੜਿਆਲ ਸਾਹਿਬ ਮੈਡੀਕਲ ਤੇ 10 ਸੈਕਿੰਡ ਹੋ ਚੁੱਕੇ ਬੋਲੋ। ਮੈਡੀਕੇਅਰ ਤੇ ਤਾਂ ਫੇਲਿਅਰ ਹੈ। NHM ਦੇ ਤਹਿਤ 550 ਕਰੋੜ ਰੁਪਇਆ ਪੰਜਾਬ ਨੂੰ ਆ ਰਿਹਾ ਸੀਗਾ, ਤੁਸੀਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਵਾਇਲੇਟ ਕਰਤਾ ਜਿਹਦੇ ਕਰਕੇ ਪੈਸਾ ਨਹੀਂ ਆ ਰਿਹਾ। ਫੋਟੋਆਂ ਲਾਦੀਆਂ ਭਗਵੰਤ ਮਾਨ ਸਾਹਿਬ ਦੀਆਂ ਰੰਗ ਬਦਲਤੇ ਐਟਸੈਟਰਾ। ਤੇ ਦੂਜਾ ਤੁਹਾਡੇ ਹੈਲਥ ਮਿਨਿਸਟਰ ਉਹ ਮੰਤਰੀ ਪਦ ਤੋਂ ਉਤਾਰੇ ਗਏ, ਵਿਜੇ ਸਿੰਗਲਾ ਸਾਹਿਬ ਕਰਪਸ਼ਨ ਦਾ ਕੇਸ ਵੀ ਹੋ ਗਿਆ। ਤੁਹਾਡਾ ਹੈਲਥ ਤੇ ਐਜੂਕੇਸ਼ਨ ਬੇਸ ਹੈ ਆਮ ਆਦਮੀ ਪਾਰਟੀ ਦਾ। ਦਿੱਲੀ ਦੇ ਵਿੱਚ ਵੀ ਹੈਲਥ ਮਿਨਿਸਟਰ ਤੇ ਐਜੂਕੇਸ਼ਨ ਦੇ ਮਿਨਿਸਟਰ ਜੇਲ੍ਹ ਦੇ ਵਿੱਚ ਬੈਠੇ, ਰਾਹਤ ਕੋਈ ਨਹੀਂ ਮਿਲੀ। ਰੋਜ਼ਗਾਰ ਦੇ ਤਾਬੇ ਇੱਕ ਮਿੰਟ ਮੈਨੂੰ ਖੜਿਆਲ ਸਾਹਿਬ ਇੱਕ ਸਵਾਲ ਦਾ ਜਵਾਬ ਦੇ ਦਿਓ, ਛੋਟਾ ਜਿਹਾ ਜਵਾਬ ਦੇ ਦਿਓ ਕਿਰਪਾ ਕਰਕੇ। ਤੁਸੀਂ ਸਰਕਾਰ ਤੇ ਤਾਂ ਬਹੁਤ ਸਾਰੇ ਸਵਾਲ ਚੁੱਕਤੇ, ਜਥੇਦਾਰ ਸਾਹਿਬ ਪੰਜਾਬ ਨੂੰ ਵਿਜ਼ਨ ਦੇ ਦੇਣਗੇ? ਦੇਖੋ ਬਿਲਕੁਲ, ਚਾਹੇ ਪੰਜਾਬ 'ਚ ਕੋਈ ਵੀ ਵਿਅਕਤੀ ਹੈ, ਹਰੇਕ ਵਿਅਕਤੀ ਪੰਜਾਬ ਦੇ ਭਲੇ ਲਈ, ਪੰਜਾਬ ਦੀ ਬਿਹਤਰੀ ਲਈ ਆਪਦਾ ਵਿਜ਼ਨ ਦੇ ਸਕਦਾ ਹੈ, ਕੰਟਰੀਬਿਊਟ ਕਰ ਸਕਦਾ ਹੈ। ਉਹ ਤੋਂ ਬਾਅਦ ਪ੍ਰੋਬਲਮ ਇਹ ਹੈ ਕਿ ਸਰਕਾਰ ਕਹਿ ਰਹੀ ਅਸੀਂ ਮੁਆਵਜ਼ਾ ਦੇਵਾਂਗੇ, ਇੰਨੀ ਤਰੀਕ ਤੋਂ ਪਹਿਲਾਂ ਦੇ ਦਾਂਗੇ।
ਅਸੀਂ ਇਹ ਕਹਿੰਦੇ ਆ ਵੀ ਤੁਸੀਂ ਕਹਿ ਕਰੋ ਕਰਕੇ ਦਿਖਾ ਦਿਓ ਨਾ। ਚਲੋ ਠੀਕ ਉਹ ਪਹਿਲਾਂ ਹੀ ਕਰ ਦਿਓ। ਅੱਛਾ ਪਤਾ ਕੀ ਗੱਲ ਕੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਹੁਣ ਕ੍ਰੈਡੀਬਿਲਿਟੀ ਖਤਮ ਹੋ ਗਈ, ਜੋ ਵਿਸ਼ਵਾਸ ਸੀਗਾ। ਇਹਨਾਂ ਨੇ ਵਾਅਦੇ ਦੇਖੋ, ਚਾਹੇ 1000 ਮਹਿਲਾਵਾਂ ਨੂੰ। ਠੀਕ ਹੈ ਖੜਿਆਲ ਸਰ, ਤੁਹਾਡਾ ਆਰਗੂਮੈਂਟ ਆ ਗਿਆ, ਹੁਣ ਰੁਕ ਜਾਓ ਪਲੀਜ਼ ਰੁਕ ਜਾਓ। ਖੜਿਆਲ ਸਰ ਰੁਕ ਜਾਓ ਹੁਣ, ਖੜਿਆਲ ਸਰ ਰੁਕ ਜਾਓ ਹੁਣ ਪਲੀਜ਼। ਪਰਮਵੀਰ ਸਿੰਘ, ਕਾਂਗਰਸ ਨੇ ਸਰਕਾਰ ਤੇ ਸਵਾਲ ਚੁੱਕਤੇ ਆ, ਸਰਕਾਰ ਦੇ ਵਿਜ਼ਨ ਤੇ ਸਵਾਲ ਚੁੱਕਤੇ ਆ, ਤੇ ਜਥੇਦਾਰ ਸਾਹਿਬ ਵਿਜ਼ਨ ਦੇ ਦੇਣਗੇ ਪੰਜਾਬ ਨੂੰ? ਦੇਖੋ ਸਰਕਾਰ ਜਿਹੜੀ ਹੈ ਪਹਿਲੇ ਦਿਨ ਤੋਂ ਹੀ ਝੂਠ ਦਾ ਪਲੰਦਾ ਲੈ ਕੇ ਪੰਜਾਬੀਆਂ ਨੂੰ ਠੱਗਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਉਹ ਜੱਗ ਜ਼ਾਹਿਰ ਹੋ ਰਹੀ ਹੈ। ਦੇਖੋ ਜਿਹੜੀ ਇਹ ਗੱਲ ਕਹਿ ਰਹੇ ਨੇ ਨਾ, ਇਹ ਵੀ ਇੱਕ ਝੂਠ ਹੈ। ਮੈਨੂੰ ਗੱਲ ਕੰਪਲੀਟ ਕਰੋ, ਗੱਲ ਕੰਪਲੀਟ। ਕੌਣ ਰੋਕਦਾ ਤੁਹਾਨੂੰ? ਕੌਣ ਰੋਕਦਾ ਸਰ? ਕੌਣ ਰੋਕਦਾ? ਜਿੰਨਾ ਮਰਜ਼ੀ ਇੱਕ ਮਿੰਟ ਪਰਮਵੀਰ ਜੀ ਸਰ ਸੁਣ ਤਾਂ ਲਓ ਨਾ, ਪਰਮਵੀਰ ਜੀ ਸਰ ਸੁਣ ਲਓ ਨਾ। ਪਰਮਵੀਰ ਜੀ ਸਰਕਾਰ ਨੂੰ ਜਿੰਨੀਆਂ ਮਰਜ਼ੀ ਸੁਣਾਈ ਚੱਲੋ, ਤੁਸੀਂ ਕਾਂਗਰਸ ਨੇ ਸੁਣਾਤੀਆਂ, ਤੁਸੀਂ ਵੀ ਸੁਣਾਤੀਆਂ, ਬੀਜੇਪੀ ਨੇ ਵੀ ਸੁਣਾਤੀਆਂ। ਮੇਰਾ ਸਵਾਲ ਤੇ ਜਥੇਦਾਰ ਸਾਹਿਬ ਵੀਜ਼ਾ ਦੇ ਦੇਣਗੇ ਪੰਜਾਬ ਨੂੰ? ਮੈਂ ਤਾਂ ਉਸ ਸਵਾਲ ਦਾ ਜਵਾਬ ਗੱਲ ਤੇ ਆ ਰਿਹਾ। ਹਾਂ ਕੰਪਲੀਟ, ਮੈਂ ਉਸੇ ਗੱਲ ਤੇ ਆ ਰਿਹਾ, ਮੈਨੂੰ ਕੰਪਲੀਟ ਕਰ ਲੈਣ। ਬੋਲੋ ਬੋਲੋ। ਦੇਖੋ ਇਹ ਅੱਜ ਕੀ ਗੱਲ ਕਰ ਰਹੇ ਨੇ, ਇਹ ਤੁਹਾਡੇ ਚੈਨਲ ਤੇ ਕਹਿ ਰਹੇ ਨੇ ਵੀ ਨੌਜਵਾਨਾਂ ਨੂੰ ਤਾੜਨਾ ਦੇ ਕੇ ਛੱਡਤਾ। ਦੇਖੋ ਪਹਿਲੇ ਦਿਨ ਇਹਨਾਂ ਨੇ ਡਾਟਾ ਦਿੱਤਾ 207 ਦਾ, 170 ਜਾਣਿਆਂ ਦੇ ਬੇਲ ਬੌਂਡ ਭਰੇ ਗਏ। ਉਹਨਾਂ ਨੂੰ ਕਹਿੰਦੇ ਜੀ ਤਾੜਨਾ ਦੇ ਕੇ, ਉਹਨਾਂ ਦੇ ਬੇਲ ਬੌਂਡ 157 ਦੇ ਭਰੇ ਗਏ ਤਾਂ ਰਿਲੀਜ਼ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਡਾਟਾ ਦਿੱਤਾ 372 ਦਾ, ਜਿਹਦੇ ਚ 156 157 ਚ ਰਿਲੀਜ਼ ਕੀਤੇ ਉਹਨਾਂ ਦੇ ਵੀ ਬੇਲ ਬੌਂਡ। ਕੱਲ ਜਿਹੜੇ 348 ਇਹਨਾਂ ਨੇ ਰਿਲੀਜ਼ ਕੀਤੇ ਆ, ਉਹ ਵੀ ਬੇਲ ਬੌਂਡ। ਇਹ ਕਹਿ ਰਹੇ ਆ ਜੀ ਸਿਰਫ 8 ਪਰਿਵਾਰ। ਦੇਖੋ ਪਰਿਵਾਰ ਇੱਕ ਹੋਵੇ, ਦੋ ਹੋਵੇ, NSA ਹੈ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ, ਤੁਸੀਂ ਕੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੀ ਮੂਰਤ। ਔਰ ਜਥੇਦਾਰ ਸਾਹਿਬ ਦੀ ਗੱਲ ਹੈ, ਜਿਹੜੇ ਇਹ ਬਿਆਨ ਦੇ ਰਹੇ ਸੀ ਵੀ ਅਸੀਂ ਤਾੜਨਾ ਦੇ ਕੇ ਛੱਡ ਦਾਂਗੇ, ਜਦੋਂ ਜਥੇਦਾਰ ਸਾਹਿਬ ਨੇ ਕੌਮ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਔਰ ਜਿਸ ਤਰੀਕੇ ਸਰਕਾਰ ਨੇ ਰਿਐਕਟ ਕੀਤਾ, ਅਗਰ ਜਥੇਦਾਰ ਸਾਹਿਬ ਦੀ ਵਿਜ਼ਨ ਗੱਲ ਦੇ ਵਿੱਚ ਵਿਜ਼ਨ ਨਹੀਂ ਸੀ, ਫਿਰ 348 ਕਿੱਥੋਂ ਨੌਜਵਾਨ ਆ ਗਏ? ਇਹ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਸੀ 170 ਅਸੀਂ ਕੀਤੇ ਆ ਜੀ। ਦੇਖੋ ਅੱਜ ਹੋ ਕੀ ਰਿਹਾ ਪੰਜਾਬ ਦੇ ਵਿੱਚ। ਅੱਜ ਪੰਜਾਬ ਦੇ ਵਿੱਚ ਵਿਸਾਖੀ ਦੇ ਨੇੜੇ ਜਿੱਥੇ ਮੇਲੇ ਲੱਗਦੇ ਸੀ ਨਾ, ਅੱਜ ਪਿੰਡਾਂ ਦੇ ਵਿੱਚ ਨਾਕੇ ਤੇ ਫਲੈਗ ਮਾਰਚ ਹੋ ਰਹੇ ਨੇ। ਇਹ ਕਹਿੰਦੇ ਆ ਜੀ ਪਰਿਵਾਰ ਖੁਸ਼ ਹੋਣਗੇ, ਅਸੀਂ ਉਹਨਾਂ ਨੂੰ ਦਵਾਂਗੇ। ਅੱਜ ਪਰਿਵਾਰ ਜਿਹੜੇ ਇਕੱਠੇ ਹੋ ਕੇ ਬਹਿੰਦੇ ਸੀ, ਉਹ ਆਪਣਿਆਂ ਨੂੰ ਲੱਭ ਰਹੇ ਆ। ਨੌਜਵਾਨਾਂ ਦਾ ਪਤਾ ਹੀ ਨਹੀਂ ਲੱਗਦਾ ਕਿਹੜੀਆਂ ਜੇਲ੍ਹਾਂ 'ਚ ਗੱਲ। ਦੇਖੋ ਜਿਹੜੀ ਪੰਜਾਬ ਦੀ ਸਰਕਾਰ ਹੈ ਨਾ, ਜੋ ਇਹ ਖੇਲ ਖੇਡ ਰਹੀ ਹੈ ਪੰਜਾਬ ਦੀ ਵਿਰਾਸਤ ਨਾਲ ਔਰ ਇਤਿਹਾਸ ਨਾਲ, ਬੜਾ ਮੰਦਭਾਗਾ ਹੈ ਵੀ ਜਿਨ੍ਹਾਂ ਦਾ ਨਾਮ ਲੈ ਕੇ ਭਗਤ ਸਿੰਘ ਦਾ, ਇਹਨਾਂ ਨੇ ਸ਼ਹੀਦੇ ਭਗਤ ਸਿੰਘ ਦਾ ਸਰਕਾਰ ਬਣਾਈ ਸੀ, ਉਹਨਾਂ ਦੀਆਂ ਫੋਟੋਆਂ ਹੀ ਲਾ ਕੇ ਤੇ ਆਪਣੇ ਠੀਕ ਹੈ ਪਰਮਵੀਰ ਠੀਕ ਹੈ। ਪ੍ਰਸਮਜੀਤ ਸਿੰਘ ਠੀਕ ਹੈ ਪ੍ਰਸਮਜੀਤ ਸਿੰਘ ਇੱਕ ਮਿੰਟ ਆ ਰਿਹਾ ਬਾਬ ਗਰੇਵਾਲ। ਪ੍ਰਸਮਜੀਤ ਸਿੰਘ, ਪੰਜਾਬ ਦੇ ਲਈ ਕਿੰਦੇ ਕੋਲੇ ਵਿਜ਼ਨ ਆ ਸਰ? ਇਹ ਓਪੋਜੀਸ਼ਨ ਕਹਿ ਰਹੀ ਹੈ ਸਰਕਾਰਾਂ ਫੇਲ ਹੋ ਚੁੱਕੀਆਂ ਨੇ, ਸਰਕਾਰ ਕੋਲੇ ਵਿਜ਼ਨ ਨਹੀਂ ਹੈਗਾ। ਹੁਣ ਜਥੇਦਾਰ ਸਾਹਿਬ ਵਿਜ਼ਨ ਦੇਣਗੇ? ਬਹੁਤ ਮੁਸ਼ਕਿਲ ਹੈ ਕਹਿਣਾ। ਕਾਰਨ ਉਹਦਾ ਇਹ ਹੈ ਕਿ ਮੇਰਾ ਸਵਾਲ ਠੀਕ ਨਹੀਂ ਲੱਗਿਆ ਪ੍ਰਸਮਜੀਤ ਸਿੰਘ? ਮੇਰਾ ਸਵਾਲ ਠੀਕ ਨਹੀਂ ਹੈ? ਮੈਂ ਤੇ ਜਵਾਬ ਦਿੱਤਾ ਤੁਹਾਡਾ। ਹਾਂ ਮੈਂ ਤੇ ਇਹੋ ਕਿਹਾ ਕਿ ਜਥੇਦਾਰ ਸਾਹਿਬ ਤੋਂ ਇਹ ਉਮੀਦ ਕਰਨਾ ਬੜੀ ਵੱਡੀ ਗੱਲ ਹੈਗੀ ਹੈ। ਮੈਨੂੰ ਘੱਟ ਉਮੀਦ ਹੈ ਕਿ ਉਹ ਆਪਾਂ ਨੂੰ ਇੰਨੀ ਵੱਡੀ ਐਕਸਪੈਕਟੇਸ਼ਨ, ਉਮੀਦਾਂ ਜਥੇਦਾਰ ਸਾਹਿਬ ਤੋਂ ਲਾਉਣੀਆਂ। ਕਾਰਨ ਉਹ ਇੱਕ ਸਮੁਦਾਇ ਦੇ ਧਾਰਮਿਕ ਲੀਡਰ ਹੈਗੇ ਆ। ਉਹ ਗੱਲ ਲੱਗ ਗਿਆ ਕਿ ਇਨਫਾਰਮਲੀ ਅਸੀਂ ਸਾਰਾ ਕੁਝ ਕਹਿੰਦੇ ਆ ਜੀ, ਉਹ ਜੀ ਬਾਦਲਾਂ ਦੇ ਕੰਟਰੋਲ ਲਿਆ ਜੀ, ਉਹ ਲਿਫਾਫਿਆਂ ਚੋਂ ਨਾਂ ਨਿਕਲਦੇ ਆ ਜੀ, ਫਲਾਨਾ ਟਮਕਾਣਾ। ਉਹ ਹਰ ਇੱਕ ਸੰਸਥਾ ਦਾ ਇਸੇ ਤਰੀਕੇ ਨਾਲ ਲਿਫਾਫਾ ਕਿਤੇ ਨਾ ਕਿਤੇ ਆਉਂਦਾ ਜਾਂਦਾ। ਮੈਨੂੰ ਇੱਕ ਸਵਾਲ ਕਰ ਲੈਂਦਾ ਪ੍ਰਸਮਜੀਤ ਸਿੰਘ, ਫਿਰ ਕਲੀਅਰ ਕਰ ਦਿਓ ਤੁਸੀਂ ਸਾਰਾ। ਇੱਕ ਕੁਝ ਲੋਕ ਕਹਿੰਦੇ ਅਮਰਤਪਾਲ ਪੰਜਾਬ ਨੂੰ ਵਿਜ਼ਨ ਦੇ ਸਕਦਾ, ਇੱਕ ਧਿਰ ਕਹਿੰਦੀ ਹੈ ਕਿ ਸਰਕਾਰ ਵਿਜ਼ਨ ਦੇ ਸਕਦੀ ਹੈ, ਇੱਕ ਧਿਰ ਕਹਿੰਦੀ ਹੈ ਕਿ ਜਥੇਦਾਰ ਸਾਹਿਬ ਵਿਜ਼ਨ ਦੇ ਸਕਦੇ ਆ। ਇਹਨਾਂ ਤਿੰਨਾਂ ਚੋਂ ਕਿਹੜਾ ਤੁਹਾਨੂੰ ਵੱਡਾ ਵਿਜ਼ਨਰੀ ਲੱਗਦਾ, ਜਿਹੜਾ ਪੰਜਾਬ ਦੇ ਲਈ ਵਿਸਾਖੀ ਦੇ ਮੌਕੇ ਤੇ ਇੱਕ ਵਿਜ਼ਨਰੀ ਪਲਾਨ ਅੱਗੇ ਰੱਖ ਸਕਦਾ? ਦੇਖੋ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਤੁਸੀਂ ਮੈਨੂੰ ਸਿਨਿਕ ਤੇ ਕਹਿ ਸਕਦੇ ਆ, ਮੈਨੂੰ ਹਾਲ ਦੀ ਘੜੀ ਸਾਰੇ ਹੀ ਪਾਰਸ਼ਲ ਵਿਊ ਲੱਗਦੇ ਆ, ਸਾਰਿਆਂ ਨੂੰ ਇਕੱਠਿਆਂ ਕਰਕੇ ਤੇ ਭਾਵੇਂ ਕੁਝ ਬਣ ਜਾਏ। ਹਾਲ ਦੀ ਘੜੀ ਸਰਕਾਰ ਨੇ, ਦੇਖੋ ਮੈਂ ਕਿਉਂ ਕਹਿ ਰਿਹਾ, ਮੈਂ ਫਟਾਫਟ ਮੈਂ ਲੰਬੀ ਕਹਾਣੀ ਨਹੀਂ ਪਾਉਂਗਾ। ਜਲੰਧਰ ਦੀ ਚੋਣ ਆ ਰਹੀ ਆ, ਸਾਰੀਆਂ ਪਾਰਟੀਆਂ ਨੇ ਜਲੰਧਰ ਦੀ ਜਿਹੜੀ ਬਾਈ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖ ਕੇ ਆਪਣੀ ਬਿਆਨਬਾਜ਼ੀ ਤੇ ਆਪਣੀਆਂ ਸੁਰਾਂ ਜਿਹੜੀਆਂ ਚੱਕਣੀਆਂ। ਉਹ ਸਰਕਾਰ ਦੀ ਵੀ ਮਜਬੂਰੀ ਹੁੰਦੀ, ਉਹਨਾਂ ਦੀ ਵੀ। ਪਹਿਲਾਂ ਸੰਗਰੂਰ ਗਵਾ ਚੁੱਕੇ ਆ, ਜੇ ਇੱਥੇ ਸੀਟ ਗਵਾਚਦੀ ਆ ਤੇ ਉਹਨਾਂ ਲਈ ਬੜੀ ਵੱਡੀ ਇੱਕ ਨਮੋਸ਼ੀ ਨਹੀਂ ਕਹੂਗੀ ਕਿ ਇੱਕ ਨਵੀਂ ਮੁਸੀਬਤ ਵੀ ਖੜੀ ਹੋ ਸਕਦੀ ਹੈ, ਕਿਉਂਕਿ ਅਗਲੀਆਂ ਚੋਣਾਂ ਜਨਰਲ ਇਲੈਕਸ਼ਨ ਆਈਆਂ। ਇਸ ਕਰਕੇ ਆਪਾਂ ਪੋਲੀਟੀਕਲ ਪਾਰਟੀਆਂ ਤੋਂ ਪੰਜਾਬ ਦੇ ਲੋਕਾਂ ਦੀ ਪ੍ਰਾਇੋਰਟੀ ਉਹਨਾਂ ਦੇ ਮਨ ਵਿੱਚ ਐਸੇ ਹੋਵੇ, ਉਹ ਨਹੀਂ ਹੈਗੀ। ਉਹਨਾਂ ਦੇ ਮਨ ਵਿੱਚ ਇਹ ਹੋਊਗਾ ਕਿ ਪਹਿਲਾਂ ਜਲੰਧਰ ਦੀ ਸੀਟ ਤੇ ਫਿਰ ਜਨਰਲ ਇਲੈਕਸ਼ਨਾਂ ਦੇ ਵਿੱਚ ਵੱਧ ਤੋਂ ਵੱਧ ਆਪਾਂ ਸੀਟਾਂ ਕਿਵੇਂ ਲੈਣੀਆਂ। ਰਹੀ ਗੱਲ ਧਾਰਮਿਕ ਲੀਡਰ ਦੀ, ਜਿਨ੍ਹਾਂ ਦੀ ਤੁਸੀਂ ਆਪਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਗੱਲ ਕਹਿੰਦੇ ਆ, ਵਿਦ ਆਲ ਹਿਜ਼ ਲਿਮਿਟੇਸ਼ਨਸ, ਮੇਰਾ ਉਹਨਾਂ ਬਾਰੇ
ਡਬਲ ਵਿਚਾਰ ਹੈਗਾ, ਤੁਸੀਂ ਉਹਨੂੰ ਦੋਗਲਾ ਨਾ ਕਿਉਂ ਵੀ ਕੁਝ ਹਾਂ ਪੱਖੀ ਆ, ਕੁਝ ਕ੍ਰਿਟੀਕਲ ਹੈਗਾ। ਹਾਂ ਪੱਖੀ ਇਹ ਹੈ ਕਿ ਕਿਸੇ ਵੇਲੇ ਉਹਨਾਂ ਨੇ ਧਾਰਾ 370 ਜਦੋਂ ਹਟਾਈ ਸੀਗੀ ਤੇ ਉਦੋਂ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਸੀ। ਇਹ CAA ਵੇਲੇ ਵੀ ਜਦੋਂ ਦਿੱਲੀ ਦੇ ਵਿੱਚ ਉਹ ਵੱਡਾ ਸ਼ੀਨ ਬਾਗ ਦੇ ਵਿੱਚ ਮੋਰਚਾ ਲੱਗਾ ਰਿਹਾ, ਉਦੋਂ ਵੀ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਸੀ। ਉਦੋਂ ਵੀ ਜੇ ਆਪਾਂ ਮੰਨ ਕੇ ਚੱਲੀਏ ਕਿ ਆਕਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੀ ਤੇ ਉਦੋਂ ਵੀ ਸੀਗੇ, ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਇੰਜ ਨਹੀਂ ਸੀ ਕੀਤਾ। ਅੱਜ ਵੀ ਉਹ ਅੰਮ੍ਰਿਤਪਾਲ ਦੇ ਕੇਸ ਦੇ ਵਿੱਚ ਇਹ ਜਿੱਥੋਂ ਤੱਕ ਤੇ ਉਹਨਾਂ ਦਾ ਅੰਮ੍ਰਿਤ ਪ੍ਰਚਾਰ ਕਰਨ ਦਾ ਗੱਲ ਆ, ਉਦੋਂ ਤੱਕ ਤੇ ਉੱਥੇ ਤੱਕ ਤੇ ਉਹ ਠੀਕ ਕਹਿ ਰਹੇ ਆ ਕਿ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ। ਪਰ ਦੋ ਗੱਲਾਂ ਦਾ ਮੈਨੂੰ ਹਮੇਸ਼ਾ ਬੜਾ ਦੁੱਖ ਹੋਇਆ ਜਿਹੜਾ ਕਿ ਬਿਲਕੁਲ ਹੀ ਸਿੱਖੀ ਨਾਲ, ਸਿੱਖ ਫਲਸਫੇ ਨਾਲ ਮੇਲ ਨਹੀਂ ਖਾਂਦਾ। ਉਹ ਇਹ ਕਿ ਅੰਮ੍ਰਿਤਪਾਲ ਨਾਲ ਰਲ ਕੇ ਤੁਸੀਂ ਕ੍ਰਿਸਚੀਅਨ ਜਿਹੜਾ ਇੱਥੇ ਲੋਕ ਕਨਵਰਟ ਹੋ ਰਹੇ ਆ, ਖਾਸ ਕਰ ਦਲਿਤ ਸਮੁਦਾਇ ਤੋਂ, ਤੇ ਅੰਮ੍ਰਿਤਪਾਲ ਨਾਲ ਰਲ ਕੇ ਉਹ ਉਹਨਾਂ ਦਾ ਪਾਸਟਰਾਂ ਦਾ ਵਿਰੋਧ ਕਰਨਾ, ਇਹੋ ਜੀ ਗੱਲ ਤੇ ਉਹਨਾਂ ਦੀ ਹਾਂ 'ਚ ਹਾਂ ਮਿਲਾਉਣੀ ਅੰਮ੍ਰਿਤਪਾਲ ਦਾ ਏਜੰਡਾ ਹੋ ਸਕਦਾ, ਜੋ ਵੀ ਹੋਵੇ ਉਹਦਾ, ਕਿ ਖਾਲਿਸਤਾਨ ਦਾ ਜਾਂ ਜਿਸ ਤਰ੍ਹਾਂ ਮਰਜ਼ੀ, ਪਰ ਇਹ ਸਿੱਖੀ ਨਹੀਂ ਹੈ। ਤੇ ਦੂਜੀ ਗੱਲ ਜਿਹੜੀ ਹੈ, ਜਦੋਂ ਤੋਂ ਅੰਮ੍ਰਿਤਪਾਲ ਨੇ ਬਾਰ-ਬਾਰ ਕਿਹਾ ਕਿ ਮੇਰਾ ਦੇਸ਼ ਦੇ ਵਿੱਚ ਪਾਸਪੋਰਟ ਤੇ ਬਾਈ ਚਾਂਸ ਆ, ਮੇਰਾ ਇੱਥੇ ਲੈਣਾ ਦੇਣਾ ਕੋਈ ਨਹੀਂ, ਅਸੀਂ ਤੇ ਹੁਣ ਖਾਲਿਸਤਾਨ ਦਾ ਹੀ ਕੰਮ ਵਿੱਢਿਆ ਹੋਇਆ ਤੇ ਅਸੀਂ ਉਹ ਸਿਰੇ ਲਾਵਾਂਗੇ, ਉਹੋ ਜਿਹੀਆਂ ਗੱਲਾਂ ਕੀਤੀਆਂ। ਕੀ ਇਹ ਸਿੱਖੀ ਦਾ ਸਾਰੀ ਦਾ ਇੱਕੋ ਆਪਣੇ ਵੱਲੋਂ ਰਿਪਰੈਜ਼ੈਂਟੇਸ਼ਨ ਨਹੀਂ ਸੀ ਕਰ ਰਹੇ ਅੰਮ੍ਰਿਤਪਾਲ, ਕਰ ਰਹੇ ਸੀ ਤੇ ਮੈਂ ਲਾਸਟ ਗੱਲ ਬਸ ਇਹੀ, ਜੇ ਕਰ ਰਹੇ ਸੀ ਤੇ ਸਾਡੇ ਜਿਹੜੇ ਫਾਰਮਲ ਬਾਡੀ ਆ ਉਹਦੇ ਹੈਡ ਕੀ ਕਰ ਰਹੇ ਸੀ, ਉਹਨਾਂ ਨੂੰ ਉੱਥੇ ਕਰੈਕਟ ਕਰਨਾ ਚਾਹੀਦਾ ਸੀ। ਇਹ ਮੇਰੀਆਂ ਦੋਨੋਂ ਹੀ ਉਹਨਾਂ ਪ੍ਰਤੀ ਥੋੜੀਆਂ ਜਿਹੀਆਂ ਰਿਜ਼ਰਵੇਸ਼ਨ ਹੈ ਜਿਹੜੀਆਂ ਉਹ ਉਹਨਾਂ ਨੂੰ ਵੇਲੇ ਸਿਰ ਕਰਨਾ ਚਾਹੀਦਾ, ਜਿਹਦਾ ਨੁਕਸਾਨ ਸਾਨੂੰ ਸਾਰੇ ਸਿੱਖਾਂ ਨੂੰ ਦੇਸ਼ ਤੇ ਵਿਦੇਸ਼ ਵਿੱਚ ਹੋਇਆ, ਹੋ ਰਿਹਾ, ਤੇ ਪੋਲੀਟੀਕਲ ਪਾਰਟੀਆਂ ਖਾਸ ਕਰਕੇ ਕੇਂਦਰੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹਦਾ ਪੂਰਾ ਫਾਇਦਾ ਲੈ ਰਹੀਆਂ। ਚਲੋ ਮੈਂ ਇੱਕ ਹੋਰ ਥੋੜਾ ਬ੍ਰੇਕ ਲਵਾਂਗਾ, ਆਖਰੀ ਇਸ ਵਿੱਚ ਅਸੀਂ ਹੋਵਾਂਗੇ। ਸਵਾਲ ਇਹ ਬਹੁਤ ਸਾਰੇ ਆ, ਬਹੁਤ ਇਹ ਵੱਡਾ ਟੌਪਿਕ ਹੈ ਜਿਹਦੇ ਬਾਰੇ ਗੱਲ ਕਰਨੀ ਬਣਦੀ ਹੈ, ਪਰ ਇਸ ਵਾਰ ਦੀ ਵਿਸਾਖੀ ਹੈ ਉਹਦੇ ਲਈ ਪੰਜਾਬ ਕਿੰਨਾ ਤਿਆਰ ਹੈਗਾ, ਸਾਡਾ ਸਵਾਲ ਇਹੀ ਹੈ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਪੱਖ ਦੇ ਪੰਥਕ ਮੁੱਦਿਆਂ ਤੋਂ ਪਰੇਸ਼ਾਨ ਕਿਸਾਨੀ ਤੱਕ ਕਿਹੋ ਜਿਹੀ ਹੋਵੇਗੀ ਪੰਜਾਬ ਦੀ ਵਿਸਾਖੀ। ਅਮਨਜੋਤ ਜੀ, ਆਖਰੀ ਸਟੇਟਮੈਂਟ ਮੈਨੂੰ ਤੁਹਾਡੀ ਚਾਹੀਦੀ ਹੈ। ਤੁਹਾਨੂੰ ਕੀ ਪੰਜਾਬ ਡਿਸਟਰਬ ਸਟੇਟ ਲੱਗਦਾ ਹੈ? ਪੰਜਾਬ 'ਚ ਸ਼ਾਂਤੀ ਵਾਲਾ ਸੂਬਾ ਨੂੰ ਮੰਨੀਏ ਅਸੀਂ, ਕੀ ਮੰਨੀਏ ਬੀਜੇਪੀ ਦੇ ਲਾਈਨ ਦੇ ਵਿੱਚ? ਦੇਖੋ, ਪੰਜਾਬ ਸ਼ਾਂਤੀ ਚਾਹੁੰਦਾ, ਇਸ ਟਾਈਮ ਪੰਜਾਬ ਬਹੁਤ ਡਿਸਟਰਬਡ ਆ। ਕੁਛ ਕੁਦਰਤ ਦੀ ਮਾਰ ਪੈ ਗਈ, ਕੁਛ ਲਾ ਐਂਡ ਆਰਡਰ, ਔਰ ਰਹਿੰਦਾ ਖੁੰਦਾ ਅੰਮ੍ਰਿਤਪਾਲ ਨੇ ਬਹੁਤ ਜ਼ਿਆਦਾ ਡਿਸਟਰਬ ਕਰਤਾ। ਰਹੀ ਗੱਲ, ਮੈਂ ਜਥੇਦਾਰ ਸਾਹਿਬ ਤੇ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਥੇਦਾਰ ਸਾਹਿਬ ਨੂੰ ਜੋ ਵੀ ਕਰਨਗੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਵੀ ਸੋਚਣਾ ਕਿ ਇੱਥੇ ਹਿੰਦੂ, ਮੁਸਲਮਾਨ ਤੇ ਕ੍ਰਿਸਚਨ ਵੀ ਰਹਿੰਦੇ ਆ, ਸਾਡਾ ਇਕੱਲਿਆਂ ਦਾ ਪੰਜਾਬ ਨਹੀਂ ਹੈ ਸਿੱਖਾਂ ਦਾ। ਇਹ ਬੜੀ ਵੱਡੀ ਗੱਲ ਆ ਜੋ ਸਾਨੂੰ ਦੇਖਣੀ ਚਾਹੀਦੀ ਹੈ ਕਿ ਅਸੀਂ ਕੌਮ ਦੀ ਜੇ ਵਿਜ਼ਨ ਦੇਣੀ ਹੈ, ਉਹਨਾਂ ਨੇ ਆਪਣੀ ਕੌਮ ਨੂੰ ਦੇ ਸਕਦੇ। ਅਮਨਜੋਤ ਕੌਰ ਅਮੋਲੇ, ਮੈਨੂੰ ਇਹ ਲੱਗਦਾ ਕਿ ਬੀਜੇਪੀ ਦਾ ਫੋਕਸ ਵਿਸਾਖੀ ਤੇ ਜਥੇਦਾਰ ਸਾਹਿਬ ਰਹਿਣ ਵਾਲੇ ਆ, ਉਹ ਸੰਦੇਸ਼ ਕੀ ਦਿੰਦੇ ਆ, ਉਹ ਸਰਬੱਤ ਖਾਲਸਾ ਸਾਧਦੇ ਆ ਨਹੀਂ ਸਾਧਦੇ, ਤੁਹਾਡਾ ਫੋਕਸ ਉਹਨਾਂ ਤੇ ਰਹਿਣ ਵਾਲਾ, ਮੈਨੂੰ ਇਹ ਲੱਗਦਾ। ਮੈਂ ਥੋੜਾ ਜਿਹਾ ਮੈਨੂੰ ਐਡ ਕਰ ਦਿਓ। ਜੇ ਉਹ ਸਰਬੱਤ ਖਾਲਸਾ ਅੰਮ੍ਰਿਤਪਾਲ ਦੇ ਕਹੇ ਤੋਂ ਬੁਲਾਉਂਦੇ ਆ, ਤਾਂ ਫਿਰ ਇਹਦੇ ਵਿੱਚ ਇੱਕ ਬੜੀ ਵੱਡੀ ਗੱਲ ਲੁਕੀ ਹੋਈ ਲੱਗਦੀ ਆ ਕਿ ਅੰਮ੍ਰਿਤਪਾਲ ਨੂੰ ਪੈਦਾ ਕਰਨ ਵਾਲਾ ਵੀ ਅਕਾਲੀ ਦਲ ਹੈ। ਇਹ ਸਾਰਾ ਕੁਝ ਠੀਕ ਉਹਨਾਂ ਦੇ ਸਿਰ ਭਾਂਡਾ। ਠੀਕ ਹੈ। ਪਰ ਪਰਮਵੀਰ, ਮੈਂ ਸਟੇਟਮੈਂਟ ਲੈ ਲਵਾਂ ਅਕਾਲੀ ਦਲ ਦੀ, ਤੁਸੀਂ ਬਹੁਤ ਵੱਡਾ ਇਲਜ਼ਾਮ ਲਾਇਆ ਅਮਨਜੋਤ ਕੌਰ ਅਮੋਲੀਆ। ਪਰਮਵੀਰ ਸਿੰਘ, ਇਹ ਜਵਾਬ ਦੇ ਦਿਓ, ਮੈਨੂੰ ਸਵਾਲ ਕਰਨ ਦੀ ਜ਼ਰੂਰਤ ਨਹੀਂ, ਮਿਲਾ ਸੁਣ ਲਿਆ ਤੁਸੀਂ, ਬਹੁਤ ਵੱਡਾ ਇਲਜ਼ਾਮ ਲੱਗਾ। ਦੇਖੋ ਜਵਾਬ ਇਹਦਾ 2 ਦਿਨ ਪਹਿਲਾਂ ਹਰਿਆਣੇ ਦੇ ਜਿਹੜੇ ਹੋਮ ਮਿਨਿਸਟਰ ਹੈ ਵਿਜ ਸਾਹਿਬ, ਉਹਨਾਂ ਨੇ ਹੀ ਦੇਤਾ ਜਿਹੜਾ ਸ਼ਰਯੰਤਰ ਚੱਲ ਰਿਹਾ। ਉਹ ਕਹਿੰਦੇ ਜੀ ਅਸੀਂ ਪੰਜਾਬ ਪੁਲਿਸ ਨੂੰ ਦੱਸਤਾ ਸੀ 1 ਦਿਨ ਪਹਿਲਾਂ ਹੀ ਵੀ ਇੱਥੇ ਕੁਰੂਕਸ਼ੇਤਰ 'ਚ ਲੁਕੇ ਹੋਏ ਆ। ਚਲੋ ਜੇ ਪੰਜਾਬ ਪੁਲਿਸ ਨੇ ਨਹੀਂ ਫੜਿਆ ਤੇ ਹਰਿਆਣਾ ਪੁਲਿਸ ਨੂੰ, ਜਿੱਥੇ ਬੀਜੇਪੀ ਦੀ ਸਰਕਾਰ ਆ, ਉਹਨਾਂ ਨੂੰ ਕਿਹਨਾਂ ਨੇ ਰੋਕਿਆ ਸੀ? ਤਾਂ ਇਹ ਜਿਹੜਾ ਇਹਦਾ ਆਨਸਰ ਹੈ, ਇਹ ਵਿਜ ਸਾਹਿਬ ਦੀ ਸਟੇਟਮੈਂਟ ਨੇ ਆਪਣੇ ਆਪ ਹੀ ਦੇਤਾ ਸੀ ਵੀ ਕੌਣ ਪਿੱਠ ਤੇ ਖੜਾ ਹੈ ਔਰ ਕੌਣ ਪੰਜਾਬ ਦਾ ਜਿਹੜਾ ਮਾਹੌਲ ਹੈ ਖਰਾਬ ਕਰਨ ਦੀ ਸਾਜ਼ਿਸ਼ ਰਚ ਰਿਹਾ। ਔਰ ਇਹ ਸਭ ਕੁਝ ਹੋ ਰਿਹਾ ਪੋਲਰਾਈਜੇਸ਼ਨ ਕਰਕੇ, ਆਪਣੀ ਗੰਦੀ ਰਾਜਨੀਤੀ ਜਿਹੜੀ ਵੋਟਾਂ ਦੀ ਉਹਦੇ ਕਰਕੇ। ਮੈਂ ਵੀ ਹੁਣ ਕੁਝ ਕਹਿਣਾ ਚਾਹੁੰਦਾ। ਹਾਂ, ਫਟਾਫਟ ਬੋਲਿਓ, ਫਟਾਫਟ ਅਮਨਜੋਤ ਜੀ, ਫਟਾਫਟ ਪਲੀਜ਼। ਬਿਲਕੁਲ ਖਤਮ ਹੋ ਗਿਆ ਔਰ ਉਹ ਹਮੇਸ਼ਾ ਐਵੇਂ ਕਰਦੇ ਆ। ਹੁਣ ਇਹ ਥੋੜਾ ਜਿਹਾ ਟੰਕੀਵਾਲ ਨਾਲ ਛੇੜਾ ਛਾੜੀ ਤਾਂ ਕਿ ਜਿਹੜੀ ਸਿੱਖ ਕੌਮ ਆ ਉਹ ਇਕੱਠੀ ਹੋ ਕੇ ਅਕਾਲੀ ਦਲ ਵੱਲ ਚਲੀ ਜਾਏ। ਪੋਲਰਾਈਜ਼ਿੰਗ ਤੁਸੀਂ ਕਰਦੇ ਹੋ ਅਕਾਲੀ ਦਲ। ਚਲੋ ਠੀਕ। ਅਰਸ਼ਪ੍ਰੀਤ ਖਡਿਆਲ, ਤੁਹਾਨੂੰ ਵੀ ਇਉਂ ਲੱਗਦਾ ਹੈ ਕਿ ਪੋਲਰਾਈਜੇਸ਼ਨ ਦੀ ਪੋਲਿਟਿਕਸ ਹੈ ਸਾਰੀ? ਦੇਖੋ, ਇਹ ਤਾਂ
ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਮੇਕ ਸ਼ੋਰ ਕਰਨਾ ਚਾਹੀਦਾ ਉਹ ਕਲੈਰੀਫਾਈ ਕਰੇ, ਉਹ ਐਕਸ਼ਨ ਲਵੇ, ਉਹ ਇਨਕੁਆਇਰੀ ਕਰਾਵੇ ਜੀ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਪਦੀ ਜ਼ਿੰਮੇਵਾਰੀ 'ਚ ਫੇਲ ਹੋ ਰਹੀ ਹੈ ਕਿ ਵੀ ਤੁਸੀਂ ਸਵਾਲ ਕੀਤਾ ਸੀਗਾ ਵਿਜ਼ਨ ਦਾ ਵੀ ਕੀ ਵਿਜ਼ਨ ਦੇ ਸਕਦਾ ਹੈ। ਪੰਜਾਬ ਦੇ ਵਿੱਚ ਹਰੇਕ ਵਿਅਕਤੀ ਕੇਪੇਬਲ ਹੈ ਆਪਦਾ ਵਿਜ਼ਨ ਦੇਣ ਲਈ, ਪੰਜਾਬ ਦੇ ਬਿਹਤਰੀ, ਪੰਜਾਬ ਦੀ ਚੰਗਿਆਈ ਲਈ ਸੋਚਣ ਲਈ। ਸਰਕਾਰ ਦੀ ਪ੍ਰੋਬਲਮ ਦਿੱਕਤ ਇਹ ਹੈ ਕਿ ਆਪਦੀ ਮਨ ਕੀ ਬਾਤ ਤਾਂ ਕਰ ਲੈਂਦੇ ਆ, ਆਮ ਆਦਮੀ ਪਾਰਟੀ ਵੀ ਤੇ ਬੀਜੇਪੀ ਵੀ ਲੋਕਾਂ ਦੀ ਮਨ ਕੀ ਬਾਤ ਸੁਣਨ ਨੂੰ ਰਹਿ ਜਾਂਦੇ ਆ, ਸੁਣਨਾ ਹੀ ਨਹੀਂ ਚਾਹੁੰਦੇ ਤੇ ਤਾਂ ਕਰਕੇ ਪੰਜਾਬ ਨੂੰ ਉਹਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ। ਲਾਸਟ ਪੁਆਇੰਟ ਹੈ ਮੇਰਾ, ਜੇ ਮਿਸਮੈਨੇਜਮੈਂਟ ਦਾ ਰਿਕਾਰਡ ਹੁੰਦਾ ਨਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ, ਤੇ ਆਮ ਆਦਮੀ ਪਾਰਟੀ ਉਹ ਚ ਵੀ ਰਿਕਾਰਡ ਇੱਕ ਹਾਸਲ ਕਰ ਲੈਂਦੀ। ਜਿੰਨੀ ਕੁ ਮਿਸਮੈਨੇਜਮੈਂਟ ਇਹ ਸਰਕਾਰ ਨੇ ਪਹਿਲੇ ਸਾਲ ਦੇ ਵਿੱਚ ਕੀਤੀ ਹੈ, ਮੈਨੂੰ ਨਹੀਂ ਲੱਗਦਾ ਇਹ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਇੰਨੀ ਮਿਸਮੈਨੇਜਮੈਂਟ ਇੰਨੇ ਘੱਟ ਟਾਈਮ ਦੇ ਵਿੱਚ ਬਾਰਡਰ ਇੱਕ ਸੈਂਸਿਟਿਵ ਸਟੇਟ ਦੇ ਵਿੱਚ ਕੀਤੀ ਹੋਊਗੀ। ਚਲੋ ਅਹਿਬਾਬ ਸਿੰਘ ਗਰੇਵਾਲ, ਆਖਰੀ ਕਮੈਂਟ ਤੁਹਾਡਾ ਚਾਹੀਦਾ। ਅਹਿਬਾਬ ਸਿੰਘ ਗਰੇਵਾਲ, ਵਿਸਾਖੀ ਤੋਂ ਪਹਿਲਾਂ ਜਿਹੜੀ ਪੂਰੀ ਦੀ ਪੂਰੀ ਆਪੋਜੀਸ਼ਨ ਹੈ ਉਹਨਾਂ ਨੇ ਤੁਹਾਡੇ ਵਿਰੁੱਧ ਬੇਭਰੋਸਗੀ ਜਿਹੜੀ ਜਿਤਾ ਦਿੱਤੀ ਹੈ। ਉਹ ਕਹਿੰਦੇ ਤੁਹਾਡੇ ਕੋਲੇ ਵਿਜ਼ਨ ਨਹੀਂ ਹੈ ਪੰਜਾਬ ਦੇ ਲਈ। ਸਰ ਇਹਨਾਂ ਦੇ ਇਲਜ਼ਾਮ ਸਿਰ ਮੱਥੇ ਤੇ। ਸੱਚ ਇਹ ਹੈ ਕਿ 2000 ਕਹਿੰਦੇ ਸੀ ਅਕਾਲੀ ਇੰਚ ਨਿਕਲਿਆ 353 ਫੜੇ 30-40। ਚਲੋ ਦੂਜਾ ਸੱਚ ਇਹ ਹੈ ਕਿ ਕਾਂਗਰਸ 6 ਮਹੀਨਿਆਂ ਸਮਝ ਹੀ ਨਹੀਂ ਪਾਈ ਕਿ ਜੀ ਕਹੀਏ ਵਰਤੀਏ ਕਿ ਹੁਣ ਸਰਬੱਤ ਖਾਲਸਾ ਆਵੇ ਨਾ ਆਵੇ। ਕਰ ਕਾਂਗਰਸ ਦਾ ਫੈਂਸ ਸਿਟਰ ਲਾਈਕ ਪਾਰ ਐਕਸਲੈਂਸ ਨੇ, ਜਿੱਧਰ ਨੂੰ ਹਵਾ ਚੱਲੂਗੀ ਇਹ ਬੈਠਣ ਦੀ ਕੋਸ਼ਿਸ਼ ਕਰਨਗੇ। ਇੱਕ ਦੂਜੇ ਤੇ ਜੋ ਇਲਜ਼ਾਮ ਤਰਾਸ਼ੀ ਕੀਤੀ ਹੈ ਅਕਾਲੀ ਦਲ ਭਾਜਪਾ ਨੇ, ਜੋ ਦੇਸ਼ ਪੰਜਾਬ ਦੇ ਬਾਹਰ ਜੋ ਹਿੰਦੂ ਰਾਸ਼ਟਰ ਦਾ ਜ਼ਹਿਰ ਫੈਲਾਇਆ ਜਾ ਰਿਹਾ ਸੀ, ਪੰਜਾਬ 'ਚ ਦੋਵੇਂ ਪਾਸਿਆਂ ਤੋਂ ਜ਼ਹਿਰ ਨਹੀਂ ਫੈਲਣ ਦੇਣਾ। ਵਿਜ਼ਨ ਇਹ ਹੈ, ਕੁਦਰਤ ਦੀ ਇੱਕ ਮਾਰ ਪਈ ਹੈ, ਗਲੋਬਲ ਵਾਰਮਿੰਗ ਹੈ, ਪੰਜਾਬ ਦੀ ਕਿਸਾਨੀ ਨੂੰ ਬਦਲਣ ਦੀ ਲੋੜ ਹੈ, ਸਰਕਾਰ ਉਹਦੇ ਵੱਲ ਸੋਚ ਰਹੀ ਹੈ। ਲਾਅ ਐਂਡ ਆਰਡਰ 'ਚ ਆਨਗੋਇੰਗ ਆਪਰੇਸ਼ਨ ਹੈ। ਪੰਜਾਬ ਦੇ ਵਿੱਚ ਜਿਹਨੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਫੜ ਕੇ ਡੱਕਿਆ ਜਾਊਗਾ, ਨਫ਼ਰਤ ਨਹੀਂ ਫੈਲਾਉਣ ਦਿੱਤੀ ਜਾਊਗੀ। ਗਰੇਵਾਲ ਸਾਹਿਬ, ਪੰਜਾਬ ਦੇ ਵਿੱਚ ਪੰਥਕ ਏਜੰਡਾ ਤੇ ਕਿਸਾਨੀ ਦਾ ਮੁੱਦਾ ਬਹੁਤ ਵੱਡਾ ਹੈ। ਗਰੇਵਾਲ ਸਾਹਿਬ ਸਰ, ਪੰਜਾਬ ਦੇ ਵਿੱਚ ਇੱਕ ਗੱਲ ਦੱਸਾਂ, ਕਿਸਾਨੀ ਦਾ ਮੁੱਦਾ ਤਾਂ ਬਹੁਤ ਵੱਡਾ ਹੈ, ਬਟ ਪੰਥਕ ਇਸ਼ੂਜ਼ ਜੇ ਧਰਮ ਨਾਲ ਰਿਲੇਟਡ ਹੋਣ ਨਾ ਇਕੱਲੇ ਸਿਰ ਮੱਥੇ ਤੇ, ਪਰ ਜਦੋਂ ਧਰਮ ਨੂੰ ਪੋਲਿਟਿਕਸ ਨਾਲ ਰਲਾਇਆ ਜਾਂਦਾ, ਜਿਵੇਂ ਪੰਥ ਖਤਰੇ 'ਚ ਹੀ ਰਿਹਾ, ਤੁਹਾਨੂੰ ਯਾਦ ਹੋਊਗਾ ਸਾਰੀ ਉਮਰ, ਹੁਣ ਹਿੰਦੂ ਖਤਰੇ 'ਚ ਪੈ ਗਏ, ਬੀਜੇਪੀ ਮੋਦੀ ਜੀ ਨੇ ਦਿੱਲੀ ਜਾ ਕੇ ਅਸੀਂ ਉਹ ਕਟਾਕਟੀ ਕੱਢਤੀ, ਹੁਣ ਉਹ ਖਤਮ ਹੋ ਗਿਆ। ਹੁਣ ਉਹ ਲੋਕ ਸਮਝ ਗਏ ਕਿ ਉਹਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਐਂਡ ਉਹ ਵੀ ਇੱਕ ਬੁਜ਼ਦਿਲ ਭਗੌੜੇ ਦੇ ਸਿਰ ਤੇ ਜਿਹੜਾ ਕਿ ਬਾਕੀ ਥਾਵਾਂ ਤੋਂ ਪੈਸੇ ਲੈ ਕੇ ਚੱਲ ਰਿਹਾ ਸੀ। ਮੋਰ ਇੰਪੋਰਟੈਂਟਲੀ ਕੇਪੀ ਜੀ, ਸਾਡੀ ਨਜ਼ਰ ਇਲੈਕਸ਼ਨਾਂ ਨਹੀਂ ਹੈ, ਸਾਡੀ ਨਜ਼ਰ ਪੰਜਾਬ ਵੱਲ ਹੈ। ਅਸੀਂ ਪੰਜਾਬੀਆਂ ਨੂੰ 5 ਸਾਲ ਦਾ ਵਾਅਦਾ ਕੀਤਾ ਐਂਡ ਸਹੁੰ ਖਾਂਦੇ ਹਾਂ, ਦਿਨ ਰਾਤ ਜਾਗਦੇ ਸੌਂਦੇ ਪੰਜਾਬੀਆਂ ਦਾ ਫਾਇਦੇ ਦੀ ਭਲੇ ਦੀ ਸੋਚ ਰਹੇ ਆ, ਐਂਡ ਇਹ ਕਰੋਪੀ ਤੋਂ ਬਚਣ ਲਈ ਸਰਕਾਰ ਬਾਹਰ ਲਾਊਗੀ, ਬਾਕੀ ਵਧੀਆ ਚੜਾ ਕੇ ਦਿਖਾਵਾਂ। ਚਲੋ ਠੀਕ, ਮੇਰੇ ਕੋਲ ਵਕਤ ਹੁਣ ਹੈ ਨਹੀਂਗਾ। ਖੜਿਆਲ ਸਾਹਿਬ ਇਹਨਾਂ ਨੇ ਇੱਕ ਨਾਰਾ ਦਿੱਤਾ ਹੈ, ਮੋਦੀ ਹਟਾਓ ਦੇਸ਼ ਬਚਾਓ। ਇਹ ਤੋਂ ਵਧੀਆ ਨਾਰਾ ਹੈ ਕਿ ਆਮ ਆਦਮੀ ਪਾਰਟੀ ਹਟਾਓ ਤੇ ਪੰਜਾਬ ਬਚਾਓ। ਇਹਨਾਂ ਨੇ ਇੱਕ ਗੱਲ ਕੀਤੀ ਫੈਂਸ ਸੈਂਟਰ ਦੀ, ਜਦੋਂ ਅਜਨਾਲਾ ਕਾਂਡ ਹੋਇਆ 3 ਹਫ਼ਤੇ ਲਈ ਤੁਸੀਂ ਫੈਂਸ ਸੈਂਟਰ ਸੀਗੇ ਗਰੇਵਾਲ ਸਾਹਿਬ, 3 ਹਫ਼ਤੇ ਲਈ ਤੁਸੀਂ ਫੈਂਸ ਸੈਂਟਰ ਸੀਗੇ, ਕੋਈ ਕਾਰਵਾਈ ਨਹੀਂ। ਚਲੋ ਠੀਕ ਹੈ। ਖੜਿਆਲ ਸਾਹਿਬ ਤੁਹਾਡੀ ਸਟੇਟਮੈਂਟ ਆ ਗਈ। ਮੈਂ ਗਰੇਵਾਲ ਸਾਹਿਬ ਪਲੀਜ਼ ਰੁਕ ਜਾਓ। ਖੜਿਆਲ ਸਾਹਿਬ ਪਲੀਜ਼ ਰੁਕ ਜਾਓ। ਗਰੇਵਾਲ ਸਾਹਿਬ ਪਲੀਜ਼। ਹਾਂ ਪਰਮਵੀਰ ਫਟਾਫਟ ਬੋਲਿਓ, 20 ਸੈਕਿੰਡਸ। ਦੇਖੋ ਜੀ, ਇਹ ਕਹਿ ਰਹੇ ਕਿਸਾਨੀ ਦਾ ਮੁੱਦਾ ਜ਼ਿਆਦਾ ਇੰਪੋਰਟੈਂਟ ਹੈ ਤੇ ਕਿਸਾਨਾਂ ਦੇ ਨਾਲ ਵੀ ਪੈਰ ਤੇ ਧੋਖਾ ਕੀਤਾ। ਇਹ ਉਹੀ ਸਰਕਾਰ ਹੈ ਜਿਹਨੇ ਕਿਹਾ ਅਸੀਂ ਮੂੰਗੀ ਬੀਜੋ, ਅਸੀਂ ਮੂੰਗੀ MSP ਤੇ ਖਰੀਦਾਂਗੇ, ਔਰ 93.6% ਮੂੰਗੀ ਬਿਲੋ MSP ਤੇ ਉਹਨਾਂ ਨੂੰ ਵੇਚਣੀ ਪਈ। ਤਾਂ ਕਿਹੜੇ ਮੂੰਹ ਨਾਲ ਇਸ ਕਿਸਾਨਾਂ ਨੂੰ ਕਹਿ ਰਹੇ ਤੁਸੀਂ ਡਾਈਵਰਸਿਫਿਕੇਸ਼ਨ ਤੇ ਜਾਓ? ਠੀਕ ਹੈ। ਪ੍ਰਸਮਜੀਤ ਸਿੰਘ ਆਖਰੀ ਸਵਾਲ। ਪ੍ਰਸਮਜੀਤ ਸਿੰਘ, ਪੰਜਾਬ ਨੂੰ ਅੱਜ ਅਸੀਂ ਕਿੰਨੇ ਦਿਨ ਪਹਿਲਾਂ ਹੀ ਵਿਸਾਖੀ ਦੇ ਮੌਕੇ ਤੇ ਜੋ ਕੁਝ ਹੋਣ ਵਾਲਾ ਉਹਦੀ ਤਸਵੀਰ ਅਸੀਂ ਦਿਖਾਤੀ ਹੈ। ਪ੍ਰਸਮਜੀਤ ਸਿੰਘ, ਤੁਹਾਨੂੰ ਲੱਗਦਾ ਕਿ ਵਿਸਾਖੀ ਤੇ ਕੋਈ ਵਿਜ਼ਨ ਹੈ ਜਿਹੜਾ ਪੰਜਾਬ ਦੇ ਅੱਗੇ ਰੱਖਿਆ ਜਾਊਗਾ? ਕਿਉਂਕਿ ਵਿਸਾਖੀ ਪੰਜਾਬ ਲਈ ਬਹੁਤ ਵੱਡਾ ਤਿਉਹਾਰ ਹੈ ਸਰ, ਪੂਰੇ ਪੰਜਾਬੀਆਂ ਲਈ, ਜਿੱਥੇ ਦੇਸ਼ ਵਿੱਚ ਵਸਦੇ ਆ ਉਹ। ਬਿਲਕੁਲ, ਇਹ ਪਹਿਲੀ ਤੇ ਗੱਲ ਇਹ ਆ ਕਿ ਸਿੱਖੀ ਨੂੰ ਡਿਫਾਈਨ ਕਰਨਾ ਸਾਨੂੰ ਸੋਚਣਾ ਚਾਹੀਦਾ। ਸਿੱਖੀ ਸਿਰਫ ਸਿੱਖਾਂ ਦੀ ਨਹੀਂ ਹੈ, ਸਿੱਖੀ ਪੂਰੀ ਮਾਨਵਤਾ ਦੀ ਹੈ। ਜੇ ਤੇ ਇਸ ਸੋਚ ਦੇ ਨਾਲ ਅਸੀਂ ਆਨੰਦਪੁਰ ਸਾਹਿਬ ਤੋਂ ਉੱਥੇ ਜਿੱਥੇ ਸਾਡਾ ਫਾਊਂਡੇਸ਼ਨ ਹੈ ਉੱਥੋਂ ਕੋਈ ਬਿਨਾਂ ਇਹ ਐਲਾਨ ਕੀਤਿਆਂ ਕਿ ਅਸੀਂ ਕੋਈ ਸਰਬੱਤ ਖਾਲਸਾ ਸੱਦਿਆ, ਵੈਸੇ ਸਰਬੱਤ ਖਾਲਸਾ ਹੁੰਦਾ, ਉੱਥੇ ਸਾਰਾ ਪੰਜਾਬ ਦਾ ਖਾਲਸਾ ਪਹੁੰਚਿਆ ਹੁੰਦਾ, ਲੋਕ ਪਹੁੰਚੇ ਹੁੰਦੇ ਆ, ਉੱਥੋਂ ਇੱਕ ਠੀਕ ਠਾਕ ਸੈਕੂਲਰ ਬਿਆਨ ਉਸ ਕਿਸਮ ਦਾ, ਉਸ ਵਿਜ਼ਨ ਦਾ
ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਉਣਾ ਚਾਹੀਦਾ। ਦੂਜੀ ਗੱਲ, ਇਸ ਗੱਲੋਂ ਬੜਾ ਕੌਨਸ਼ੀਅਸਲੀ ਅਵਾਇਡ ਕਰਨਾ ਚਾਹੀਦਾ ਕਿ ਹੁਣ ਅੰਮ੍ਰਿਤਪਾਲ ਹੁਣੀ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛ ਕੇ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੁੱਛ ਕੇ ਜਾਂ SGPC ਨੂੰ ਪੁੱਛ ਕੇ ਆਪਣਾ ਇੱਥੇ ਵਿੱਢਣਾ ਨਹੀਂ ਵਿੱਢਿਆ, ਜਦੋਂ ਹੁਣ ਭੱਜਣਾ ਪਿਆ, ਜਦੋਂ ਦਬਾਅ ਪਿਆ, ਲੋਕਾਂ ਨੂੰ ਫੜਾ ਕੇ ਆਪ ਭੱਜ ਲਏ ਤੇ ਹੁਣ ਕਹਿੰਦੇ ਮੇਰੀ ਮਦਦ ਕਰੋ, ਤੁਸੀਂ ਹੁਣ ਅੱਗੇ ਲੱਗੋ ਤੇ ਮੈਂ ਪਿੱਛੇ ਲੱਗਦਾ। ਇਹ ਕੰਮ ਦੇਖੋ ਬਚਗਾਨੀ ਗੱਲ ਆ। ਜੇ ਤੁਸੀਂ ਆਪੇ ਫਾਥੜੀਏ ਤੈਨੂੰ ਕੌਣ ਛਡਾਏ, ਤੁਸੀਂ ਆਪਣੇ ਨਜਿੱਠੋ ਆਪ। ਤੇ ਜੋ ਬਾਂਡਾ ਰੋਲ ਸਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਵਿੱਚ ਤੇ ਸਮੁੱਚੇ ਪੰਜਾਬੀਆਂ ਲਈ ਨਹੀਂ ਇਕੱਲਾ, ਸਮੁੱਚੇ ਦੁਨੀਆ ਲਈ ਉਹ ਮੈਸੇਜ ਉੱਥੇ ਜਾਣਾ ਚਾਹੀਦਾ। ਉਹ ਕੀ ਹੈ? ਅੱਜ ਦੀ ਤਰੀਕ ਦੇ ਵਿੱਚ ਜੋ ਸੁਪਰੀਮ ਕੋਰਟ ਨੇ ਕਿਹਾ ਕਿ ਧਰਮ ਨਾਲੋਂ ਤੁਸੀਂ ਜਿਹੜੀ ਰਾਜਨੀਤੀ ਉਹਨੂੰ ਅਲੱਗ ਕਰੋ, ਹੇਟ ਸਪੀਚਸ ਬੰਦ ਕਰੋ, ਦੇਸ਼ ਦੇ ਵਿੱਚ ਇੱਕ ਧਰਮ ਨਿਰਪੱਖ ਰਾਜ ਨੂੰ ਮਜ਼ਬੂਤ ਕਰੋ ਤੇ ਸੰਵਿਧਾਨ ਨੂੰ ਬਚਾਓ ਤੇ ਡੈਮੋਕ੍ਰੇਸੀ ਨੂੰ ਬਚਾਓ। ਇਹ ਨਾਰੇ ਉੱਤੇ ਆਉਣੇ ਚਾਹੀਦੇ ਆ। ਚਲੋ ਬਹੁਤ ਧੰਨਵਾਦ ਪ੍ਰਸਵਜੀਤ ਸਿੰਘ, ਬਹੁਤ ਧੰਨਵਾਦ। ਬਾਬ ਗਰੇਵਾਲ ਤੁਹਾਡਾ ਬਹੁਤ ਧੰਨਵਾਦ, ਮਿਸਟਰ ਖੜਿਆਲ ਤੁਹਾਡਾ ਵੀ ਬਹੁਤ ਧੰਨਵਾਦ, ਪਰਮਜੀਤ ਤੁਹਾਡਾ ਵੀ ਬਹੁਤ ਧੰਨਵਾਦ, ਅਮਨਜੋਤ ਕੌਰ ਰਾਮੋਲੀਆ ਤੁਹਾਡਾ ਵੀ ਬਹੁਤ ਧੰਨਵਾਦ, ਤੁਹਾਡਾ ਸਾਰੇ ਪੈਨਲਿਸਟ ਦਾ ਧੰਨਵਾਦ ਕਿ ਤੁਸੀਂ ਅੱਜ ਡਿਬੇਟ ਦੇ ਵਿੱਚ ਬਹੁਤ ਸੰਜੀਦਗੀ ਨਾਲ ਪਾਰਟਿਸਿਪੇਟ ਕੀਤਾ। ਬਾਕੀ ਦਰਸ਼ਕ ਫੈਸਲਾ ਕਰਨਗੇ ਤੁਹਾਡੇ ਬਿਆਨ ਕਿੰਨੇ ਸਹੀ ਸੀ ਕਿੰਨੇ ਗਲਤ ਹੈ। ਮੈਂ ਉਮੀਦ ਕਰਦਾ ਕਿ ਵਿਸਾਖੀ ਵਾਲੇ ਦਿਨ ਜਦੋਂ ਮੈਂ ਤੁਹਾਨੂੰ ਮਿਲਾਂ ਮੇਰੇ ਚਿਹਰੇ ਤੇ ਰੌਣਕ ਹੋਵੇ ਤੇ ਤੁਹਾਡੇ ਚਿਹਰਿਆਂ ਤੇ ਵੀ ਹੋਵੇ। ਬਹੁਤ ਧੰਨਵਾਦ।